जब किसी को ना कुछ असली गल कहन ਨੂੰ ना होवे ਤਾਂ ਉਹ रंग बदलता है, नाम बदलता है, बोली बदलता है, वो ਇਹੋ ਜਿਹੇ ਕੰਮ ਕਰਦਾ, ਕੱਪੜੇ ਬਦਲਦਾ ਕਿਉਂਕਿ ਹੋਰ ਕੁਝ ਹੁੰਦਾ ਨਹੀਂ ਕਹਿਣ। ਇੱਥੇ 20 ਦੇਸ਼ਾਂ ਦੇ ਮੁਖੀ ਆਏ ਸੀਗੇ, ਵਿੱਚ ਮੁਖੀ ਸੀ, ਵਿੱਚ ਦੂਜੇ ਸੀ ਜੀ। ਪ੍ਰਧਾਨ ਮੰਤਰੀ ਨੇ ਤਾਂ ਕਿਸੇ ਨੂੰ ਰਿਸੀਵ ਕਰ ਨਹੀਂ ਗਏ ਜੀ। ਉੱਥੇ ਉਹ ਕਹਿੰਦੇ ਸਾਡੇ ਪ੍ਰਧਾਨ ਮੰਤਰੀ ਸਾਊਥ ਅਫਰੀਕਾ, ਦੱਖਣੀ ਅਫਰੀਕਾ 'ਚ ਗਏ, ਕਹਿੰਦੇ ਮੈਨੂੰ ਕਿਉਂ ਨਹੀਂ ਰਾਸ਼ਟਰਪਤੀ ਆਇਆ, ਮੈਂ ਤਾਂ ਬੈਠੇ ਜਹਾਜ਼ 'ਚ ਹੀ ਬੈਠੇ ਰਹੇ। ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਇਹਦਾ ਨਾਂ ਇੰਡੀਆ ਲਿਖਿਆ ਹੋਇਆ। ਸੋ ਇਸ ਕਰਕੇ ਇਹ ਕਹਿਣਾ ਇੰਡੀਅਨ ਜਿਹੜਾ ਹੈਗਾ ਸੀ ਹਿੰਦ ਮਹਾਸਾਗਰ ਜਿਹਨੂੰ ਸਿੱਖਾਂ, ਹੁਣ ਜਿਹੜਾ ਹਿੰਦ ਮਹਾਸਾਗਰ ਦਾ ਨਾਮ ਕਿਵੇਂ ਬਦਲ ਦੇਣਗੇ, ਉਹ ਤਾਂ ਦੁਨੀਆ ਦੇ ਮੈਪ ਨੇ ਨਾ। ਜਿਹੜਾ ਹੈਗਾ ਇੰਡੀਆ ਦਾ ਦੂਜਾ ਨਾਮ ਇਹ ਕਹਿੰਦੇ ਉਸ ਆਰਟੀਕਲ 1 ਜਿਹੜੀ ਧਾਰਾ 1 ਹੈ ਉਹ 'ਤੇ 15 ਨਵੰਬਰ 1948 ਤੋਂ ਲੈ ਕੇ 17 ਨਵੰਬਰ 1948 ਤੱਕ ਲਗਾਤਾਰ ਬਹਿਸਾਂ ਹੋਈਆਂ। 18 ਨਵੰਬਰ ਨੂੰ ਇਹ ਨਾਮ ਪਾਸ ਹੋਇਆ। ਜਿਹੜੇ ਜੇਲ੍ਹਾਂ 'ਚ ਰਹੇ, ਜਿਨ੍ਹਾਂ 'ਚ ਅੱਜ ਦੇ ਜਿਹੜੇ ਇਹ ਨੇ, ਜਿਹੜੀ ਅੱਜ ਦੀ ਭਾਰਤੀ ਜਨਤਾ ਪਾਰਟੀ, ਇਹਦੇ ਨਾਲ ਬਹੁਤ ਜ਼ਿਆਦਾ ਗਿਆਨਵਾਨ ਲੋਕ ਸੀਗੇ। ਅੱਜ ਦੇ ਸਾਡੇ ਨੇਤਾ ਸਾਨੂੰ ਪਤਾ ਹੀ ਹੈ ਕਿੰਨੇ ਗਿਆਨਵਾਨ ਨੇ ਸਾਰੀਆਂ ਪਾਰਟੀਆਂ ਦੇ, ਉਹ ਬਹੁਤ ਜ਼ਿਆਦਾ ਗਿਆਨਵਾਨ ਸੀਗੇ। ਅੱਜ ਦੇ ਨੇਤਾ ਤਾਂ ਆਪਣੀ ਪਾਰਟੀ, ਆਪਦਾ ਘਰ, ਆਪਦੇ ਕੱਪੜਿਆਂ 'ਤੇ ਧਿਆਨ ਰੱਖਦੇ ਨੇ। ਉਹਨਾਂ ਨੇ ਤਾਂ ਆਪਦਾ ਸਭ ਕੁਛ ਨਿਸ਼ਾਵਰ ਕੀਤਾ ਸੀ ਜਿਨ੍ਹਾਂ ਨੇ ਇਹ ਬਣਾਇਆ ਸੀ। ਇਹਦੇ ਉੱਤੇ ਅਰਬਾਂ ਰੁਪਈਆ ਖਰਚ ਹੋਣਾ, ਜਿਹੜਾ ਕਿ ਗਰੀਬ ਲੋਕਾਂ ਦੇ ਵਾਸਤੇ ਉਂਝ ਕੰਮ ਆ ਸਕਦੀ, ਬੱਚਿਆਂ ਦੀ ਪੜ੍ਹਾਈ ਵਾਸਤੇ ਕੰਮ ਆ ਸਕਦਾ ਸੀ, ਬਿਮਾਰੀਆਂ ਦੂਰ ਕਰਨ ਵਾਸਤੇ ਆ ਸਕਦਾ ਸੀ, ਲੋਕਾਂ ਨੂੰ ਘਰ ਦੇਣ ਵਾਸਤੇ ਆ ਸਕਦਾ ਸੀ। ਉਹਦੀ ਬਜਾਏ ਇਹ ਆ ਨਾਮ ਬਦਲੀ ਦੇ ਉੱਤੇ, ਔਰ ਉਹਦੇ 'ਚ ਵੀ ਇੰਨੀ ਥਾਂ 'ਤੇ ਨਾਮ ਇੱਦਾਂ ਰਹਿ ਜਾਣਾ ਹੈ ਬਦਲਣਾ ਕਿ ਮੁੜ ਕੇ ਰੌਲੇ ਪੈਂਦੇ ਨੇ। ਇੱਕ ਬੰਦੇ ਦਾ ਸਰਟੀਫਿਕੇਟ ਬਦਲਣ 'ਚ ਐਡੀ ਵੱਡੀ ਪ੍ਰਕਿਰਿਆ ਹੈ, ਇੱਕ ਦੇਸ਼ ਦਾ ਨਾਮ ਬਦਲਣ 'ਚ ਕਿੰਨੀਆਂ ਪ੍ਰਕਿਰਿਆਵਾਂ ਹੋਣਗੀਆਂ, ਕਿੰਨਾ ਪੈਸਾ ਲੱਗੇਗਾ ਕਿ ਖਾਲਿਸਤਾਨੀ ਹੋ ਗਏ ਜੀ, ਇਹ ਦੇਸ਼ ਨੂੰ ਤੋੜ ਦੇਣਗੇ ਜੀ। ਇਹ G20 'ਚ ਪਾਸ ਕਰਿਆ ਜੀ, ਇਹਨਾਂ ਨੇ ਆਪ ਪਾਸ ਕਰਾਇਆ ਵੀ ਭਾਰਤ ਵਾਸਤੇ ਇਸ ਹੋਣਾ ਚਾਹੀਦਾ ਹੈ, ਇਹ ਹੋਣਾ ਚਾਹੀਦਾ ਹੈ। ਇਹ ਪੰਜਾਬ 'ਚ ਵਿਸ਼ੇਸ਼ ਤੌਰ 'ਤੇ ਕਿਹਾ ਗਿਆ ਵੀ ਇਹ ਤੋੜਨਾ ਚਾਹੁੰਦੇ ਨੇ ਪੰਜਾਬ ਨੂੰ ਜੀ, ਖਾਲਿਸਤਾਨੀ ਐਲੀਮੈਂਟ ਕਿਹਾ ਗਿਆ। ਤੁਹਾਨੂੰ ਹੱਕ ਹੈ ਕਿ ਅਸੀਂ ਇੰਡੀਆ ਨਾਮ ਮਿਟਾ ਦਾਂਗੇ, ਤੁਹਾਨੂੰ ਹੱਕ ਹੈ ਇਹਨੂੰ ਕਹਿਣ ਦਾ ਵੀ ਇਹ ਤਾਂ ਹਿੰਦੁਸਤਾਨ ਹੈ, ਤੁਹਾਨੂੰ ਹੱਕ ਹੈ ਮੋਹਨ ਭਗਤ ਜੀ ਨੂੰ ਇਹ ਕਹਿਣ ਦਾ ਕਿ ਜਿੰਨਾ ਚਿਰ ਇੱਕ ਵੀ ਹਿੰਦੂ ਇੱਥੇ ਹੈਗਾ ਉਹਨਾਂ ਚਿਰ ਇਹ ਹਿੰਦੁਸਤਾਨ ਹੈ, ਤੇ ਕਿਸੇ ਨੂੰ ਖਾਲਿਸਤਾਨ ਜਾਂ ਮੁਸਲਮਾਨ ਕਹਿਣ ਦਾ ਕਿਉਂ ਨਹੀਂ ਹੱਕ ਫਿਰ। ਔਰ ਭਾਰਤ ਦੀ ਸੁਪਰੀਮ ਕੋਰਟ ਨੇ ਕਿਹਾ ਵੀ ਖਾਲਿਸਤਾਨ ਕਹਿਣਾ ਜਾਂ ਖਾਲਿਸਤਾਨ ਦੀ ਮੰਗ ਕਰਨਾ ਕੋਈ ਗੈਰ ਸੰਵਿਧਾਨਕ ਨਹੀਂ ਹੈ, ਜਿੰਨਾ ਚਿਰ ਉਹ ਕੋਈ ਇੱਥੇ ਤੋੜ ਭੰਨੀਆਂ ਕਾਰਵਾਈਆਂ ਨਹੀਂ। ਪਰ ਜਿਹੜਾ ਅਕਾਲੀ ਦਲ ਆਨੰਦਪੁਰ ਦੇ ਮੱਤੇ ਦੇ ਉੱਤੇ ਖੜਾ ਸੀ, ਜਿਹਨੇ ਇੰਨੇ ਜ਼ਿਆਦਾ ਕਤਲੇਆਮ ਕਰਾਤਾ ਸਿੱਖਾਂ ਦਾ, ਉਸ ਮੱਤੇ ਦੇ ਨਾਂ 'ਤੇ, ਉਸ ਮੱਤੇ ਦੇ ਨਾਂ 'ਤੇ ਲੋਕਾਂ ਨੇ ਜੇਲ੍ਹਾਂ ਭਰਤੀਆਂ, ਕੰਮ ਰੋਕੋ ਅੰਦੋਲਨ ਹੋਇਆ, ਮਰ ਜੀਵੜੇ ਤਿਆਰ ਹੋ ਗਏ। ਇੰਨੇ ਨੌਜਵਾਨ ਸਾਡੇ ਖੜਾ ਗਾਪ ਹੋ ਗਏ, ਕਿਸੇ ਨੂੰ ਅੱਤਵਾਦੀ ਕਹਿ ਕੇ ਮਾਰਤਾ, ਕਿਸੇ ਨੂੰ ਪੁਲਿਸ ਦਾ ਇਨਫਾਰਮਰ ਕਹਿ ਕੇ ਮਾਰਤਾ, ਕਿਸੇ ਨੂੰ ਹਿੰਦੂ ਕਹਿ ਕੇ ਮਾਰਤਾ, ਕਿਸੇ ਨੂੰ ਵਿਰੋਧੀ ਕਹਿ ਕੇ ਮਾਰਤਾ। ਮਾਰੇ ਤਾਂ ਪੰਜਾਬੀ ਨੌਜਵਾਨ ਹੀ ਨਾ, ਅਤੇ ਇੰਨੇ ਨੌਜਵਾਨ ਮਰਵਾਤੇ। ਉਹ ਤਾਂ ਜਾ ਕੇ ਝੋਲੀ 'ਚ ਬਹਿ ਗਿਆ ਬੀਜੇਪੀ ਦੇ, ਉਹ ਤਾਂ ਹਾੜੇ ਕੱਢਦਾ ਫਿਰਦਾ ਬੀਜੇਪੀ ਦੇ। ਪਿਛਲੇ 30 ਸਾਲਾਂ 'ਚ ਇੱਕ ਦਿਨ ਵੀ ਇਹਨਾਂ ਨੇ ਮੰਗਿਆ ਵੀ ਅਸੀਂ ਆਨੰਦਪੁਰ ਦੇ ਮੱਤੇ 'ਤੇ ਖੜ੍ਹੇ, ਇੱਕ ਦਿਨ ਵੀ ਇਹ ਕਹਿਣ ਵੀ ਅਸੀਂ ਆਨੰਦਪੁਰ ਦੇ ਮੱਤੇ ਦੀ ਗੱਲ ਕਰਦੇ। ਸੋ ਜੇ ਇਹਨਾਂ ਨੇ ਆਪ ਹੀ ਨਹੀਂ ਕਰਨੀ, ਹੁਣ ਪੰਜਾਬ 'ਚ ਕਿਹੜੀ ਪਾਰਟੀ ਹੈ ਜਿਹੜੀ ਵੱਧ ਅਧਿਕਾਰਾਂ ਦੀ ਗੱਲ ਕਰਦੀ ਹੈ? ਆਪ ਪਾਰਟੀ ਨੇ ਤਾਂ ਕਰਨੇ ਨਹੀਂ, ਨਾ ਕਾਂਗਰਸ ਨੇ ਕਰਨੇ ਨੇ, ਨਾ ਬੀਜੇਪੀ ਨੇ ਕਰਨਾ ਤਾਂ ਅਕਾਲੀ ਨਹੀਂ ਸੀ। ਅਕਾਲੀ ਬੀਜੇਪੀ ਦੇ ਨਾਲ ਰਲ ਗਏ। ਇੱਕ ਮੰਡਪ ਜਿਹਦੇ 'ਚ ਪੂਰੀ ਦੁਨੀਆ ਦੇ 20 ਮੁਲਕ ਆਉਣੇ ਨੇ, ਜਿਹਦੇ ਵਿੱਚ ਪਾਣੀ ਦਾ ਇਸ ਤਰ੍ਹਾਂ ਐਨ ਸੁੱਕਾ ਰਹਿਣਾ ਚਾਹੀਦਾ ਸੀ, ਜਿੰਨਾ ਮਰਜ਼ੀ ਮੀਂਹ ਪੈ ਜੇ। ਜਿਹੜਾ ਉਹ ਛੋਟੀ ਜਿਹੀ ਬਾਰਿਸ਼ ਦੇ ਦਿੱਲੀ ਦੀ ਅੱਧੀ ਰਾਤ 'ਚ ਹੋਈ ਬਾਰਿਸ਼ 2 ਘੰਟਿਆਂ ਦੀ 'ਚ ਜਲ-ਥਲ ਹੋ ਗਿਆ, ਅਤੇ ਉਹਦਾ ਪ੍ਰਬੰਧ ਨਹੀਂ ਇਹਨਾਂ ਨੂੰ ਕਰਨਾ ਆਇਆ, ਅਤੇ ਬਾਕੀ ਦੇਸ਼ ਦਾ ਪ੍ਰਬੰਧ ਕਿਹੋ ਜਿਹਾ ਕਰਦੇ ਹੋਣਗੇ ਤੁਸੀਂ ਸੁਣ ਲਓ। ਵੀ ਹੁਣ ਵਰਲਡ ਹੈਲਥ ਆਰਗੇਨਾਈਜੇਸ਼ਨ ਫੈਸਲਾ ਕਰਿਆ ਕਰੂ ਵੀ ਆਹ ਥੱਲੇ ਤੱਕ ਕਰਨਾ, ਯਾਨੀ ਕਿ ਹੁਣ ਕੋਈ ਸੂਬਾ, ਤੁਸੀਂ ਵੱਧ ਅਧਿਕਾਰਾਂ ਦੀ ਗੱਲ ਕਰਦੇ, ਕੋਈ ਸੂਬੇ ਦੇ ਅਧਿਕਾਰ ਨਹੀਂ ਆ ਹੈਲਥ ਦੇ ਮਾਮਲੇ 'ਚ। ਹੁਣ ਸੰਸਾਰ ਸਿਹਤ ਸੰਸਥਾ ਦੱਸੇਗੀ ਵਿੱਚ ਕਰਫਿਊ ਲਾ ਦਿਓ, ਸੰਸਾਰ ਸਿਹਤ ਸੰਸਥਾ ਦੱਸੇਗੀ ਵੀ ਸਭ ਦੇ ਟੀਕੇ ਲਾ ਦਿਓ। ਹੁਣ ਸੰਸਾਰ ਸਿਹਤ ਸੰਸਥਾ ਦੱਸੇਗੀ ਵੀ ਤੁਹਾਡੀ ਆਬਾਦੀ ਬੜੀ ਵੱਧ ਹੈ, ਫੜ ਕੇ ਤੁਸੀਂ ਸਾਰਿਆਂ ਦੀ ਸਟਰਲਾਈਜੇਸ਼ਨ ਕਰ ਦਿਓ। ਇਹ ਸੰਸਾਰ ਸਿਹਤ ਸੰਸਥਾ ਦੱਸੇਗੀ ਹੁਣ, ਤੇ ਉਹ ਮੰਨਣਾ ਪਏਗਾ, ਇਹ ਦਸਤਖਤ ਨੇ। ਸਮਰੱਥ ਆਵਾਜ਼ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਅਮਨਦੀਪ ਸਿੰਘ ਗੜੀ। ਹਾਲ ਹੀ ਦੇ ਵਿੱਚ ਦੇਸ਼ ਦੇ ਵਿੱਚ G20 ਹੁੰਦਾ ਆ, ਜਿਹਦੇ ਵਿੱਚ ਦੇਸ਼ ਦਾ ਜਿਹੜਾ ਆ ਨਾਮ ਰੋਸ਼ਨ ਹੋਣ ਦੀ ਗੱਲ ਕੀਤੀ ਜਾਂਦੀ ਆ। ਦੇਸ਼ ਨੂੰ ਨਵਾਂ ਨਾਮ ਦੇਣ ਦੀ ਵੀ ਗੱਲ ਕੀਤੀ ਗਈ ਹੈ। ਇੰਡੀਆ ਤੋਂ ਭਾਰਤ ਦੀਆਂ ਜਿਹੜੀਆਂ ਪਲੇਟਾਂ ਉਹ ਦੇਖਣ ਨੂੰ ਮਿਲਦੀਆਂ, ਪ੍ਰਧਾਨ ਮੰਤਰੀ ਦੀ ਪਲੇਟ ਉੱਤੇ ਜਿਹੜਾ ਆ ਭਾਰਤ ਲਿਖਿਆ ਨਜ਼ਰ ਆਉਂਦਾ ਹੈਗਾ ਆ। ਜੇ ਉਸ ਤੋਂ ਪਹਿਲਾਂ ਦੀ ਗੱਲ ਕਰ ਲਈਏ ਤਾਂ ਜਦੋਂ ਰਾਸ਼ਟਰਪਤੀ ਵੱਲੋਂ ਸੱਦਾ ਪੱਤਰ ਭੇਜੇ ਜਾਂਦੇ ਨੇ ਤੇ ਉਹਨਾਂ ਥੱਲੇ ਵੀ ਜਿਹੜਾ ਆ ਭਾਰਤੀ ਆ ਨਜ਼ਰ ਆਉਂਦਾ ਹੈ। ਸੋ ਚਰਚਾ ਦਾ ਵਿਸ਼ਾ ਪੂਰੇ ਦੇਸ਼ ਦੇ ਵਿੱਚ ਬਣਿਆ ਕਿ ਦੇਸ਼ ਦਾ ਨਾਮ ਜਿਹੜਾ ਹੈ ਉਹ ਬਦਲ ਦਿੱਤਾ ਜਾਵੇਗਾ। ਚਰਚਾ ਦਾ ਵਿਸ਼ਾ ਬਣਿਆ ਕਿ ਦੱਖਣੀ ਏਸ਼ੀਆ ਦਾ ਵਪਾਰ ਜਿਹੜਾ ਹੈ ਹੁਣ ਭਾਰਤ ਦੇਖੂਗਾ, ਭਾਰਤ ਦੇ ਸਿਰ ਜਿਹੜੀ ਹੈ ਜ਼ਿੰਮੇਵਾਰੀ ਉਹ ਪਾਊਗੀ। ਪਰ ਸਭ ਤੋਂ ਵੱਡੀ ਗੱਲ ਹੈ, ਜੇ ਭਾਰਤ ਦੀ ਗੱਲ ਕਰ ਲਈਏ ਤਾਂ ਭਾਰਤ ਦੇ ਵਿੱਚ ਮਣੀਪੁਰ ਦੇ ਵਿੱਚ ਜੋ ਵਾਪਰਿਆ, ਨੂੰਹ ਦੇ ਵਿੱਚ ਜੋ ਵਾਪਰਿਆ, ਪੰਜਾਬ ਦੇ ਵਿੱਚ ਨਸ਼ਿਆਂ ਨੂੰ ਲੈ ਕੇ ਜਾਂ ਹੋਰ ਮੁੱਦਿਆਂ ਨੂੰ ਲੈ ਕੇ ਜੋ ਵਾਪਰ ਰਿਹਾ ਆ, ਹੜ੍ਹਾਂ ਨੂੰ ਲੈ ਕੇ ਜੋ ਵਾਪਰ ਰਿਹਾ, ਕੁਦਰਤੀ ਆਫਤਾਵਾਂ ਨੂੰ ਲੈ ਕੇ ਭਾਰਤ ਦੇ ਵਿੱਚ ਜੋ ਵਾਪਰ ਰਿਹਾ ਹੈ, ਤੇ ਉਸ ਨੂੰ ਲੈ ਕੇ ਚਰਚਾ ਕਿਉਂ ਨਹੀਂ?
ਵਿਸ਼ੇਸ਼ ਤੌਰ ਤੇ ਅੱਜ ਸਾਡੇ ਨਾਲ ਡਾਕਟਰ ਪਿਆਰੇ ਲਾਲ ਗਰਗ ਜੀ ਮੌਜੂਦ ਰਹਿਣਗੇ। ਸਾਰੇ ਸਵਾਲਾਂ ਦੇ ਇਹਨਾਂ ਕੋਲ ਜਵਾਬ ਲਵਾਂਗੇ। ਇਹਨਾਂ ਕੋਲ ਜਾਣਾਂਗੇ ਕਿ ਸਾਰੀਆਂ ਇਹਨਾਂ ਲਈ ਜਿਹੜੇ ਆ ਸਰਕਾਰ ਇਕੱਠ ਕਿਉਂ ਨਹੀਂ ਕਰਦੀ, ਤੇ ਜੇ ਗੱਲ ਕਰ ਲਈਏ ਦੇਸ਼ ਦਾ ਅਗਰ ਨਾਮ ਬਦਲਣਾ ਆ, ਭਾਰਤ ਨਾਮ ਕਰਨਾ ਆ, ਤਾਂ ਹੋਰ ਇੰਡੀਅਨ ਆਰਮੀ ਦੀ ਗੱਲ ਕਰ ਲਈਏ, ਇੰਡੀਅਨ ਆਇਲ ਦੀ ਗੱਲ ਕਰ ਲਈਏ, ਡਿਜੀਟਲ ਇੰਡੀਆ ਦੀ ਗੱਲ ਕਰ ਲਈਏ, ਫਿਰ ਉਹਨਾਂ ਦੇ ਨਾਮ ਵੀ ਬਦਲੇ ਜਾਣਗੇ। ਸੋ ਸਾਰੀ ਜਾਣਕਾਰੀ ਲਈ ਸਾਡੇ ਨਾਲ ਡਾਕਟਰ ਪਿਆਰੇ ਲਾਲ ਗਰਗ ਮੌਜੂਦ ਨੇ। ਸਵਾਗਤ ਕਰਦੇ ਹਾਂ ਡਾਕਟਰ ਸਾਹਿਬ, ਸਵਾਗਤ ਹੈ ਜੀ। ਸ਼ੁਕਰੀਆ ਜੀ। ਸਭ ਤੋਂ ਪਹਿਲਾ ਸਵਾਲ ਇਹੀ ਹੈ ਜੀ ਕਿ ਨਾਮ ਦੀ ਆਪਾਂ ਗੱਲ ਕਰ ਲੈਂਦੇ ਹਾਂ ਕਿ ਭਾਰਤ ਨਾਮ ਜਿਹੜਾ ਰੱਖਿਆ ਜਾ ਰਿਹਾ ਇੰਡੀਆ ਨੂੰ ਜਿਹੜਾ ਪਾਸੇ ਰੱਖ ਕੇ, ਤਾਂ ਕਿਸ ਤਰ੍ਹਾਂ ਦੇਖਦੇ ਹੋ ਕਿ ਇਸ ਚੀਜ਼ ਨੂੰ ਕਿ ਨਵਾਂ ਨਾਮ ਜਿਹੜਾ ਆ ਭਾਰਤ ਰੱਖਿਆ ਜਾਣਾ ਜੀ? ਜਦ ਕਿਸੇ ਕੋਲ ਨਾ ਕੁਝ ਅਸਲੀ ਗੱਲ ਕਹਿਣ ਨੂੰ ਨਾ ਹੋਵੇ ਜੀ, ਤਾਂ ਉਹ ਰੰਗ ਬਦਲਦਾ ਹੈ, ਜੀ, ਨਾਮ ਬਦਲਦਾ ਹੈ, ਬੋਲੀ ਬਦਲਦਾ ਹੈ, ਉਹ ਇਹੋ ਜਿਹੇ ਕੰਮ ਕਰਦਾ, ਕੱਪੜੇ ਬਦਲਦਾ ਹੈ, ਕਿਉਂਕਿ ਹੋਰ ਕੁਝ ਹੁੰਦਾ ਨਹੀਂ ਕਹਿਣ ਨੂੰ। ਜੀ, ਜਿਹਦੇ ਕੋਲ ਕੋਈ ਪਾਏਦਾਨ ਚੀਜ਼ ਹੋਵੇ ਜੀ, ਉਹਨੂੰ ਕੱਪੜੇ ਨਾਲ ਨਹੀਂ। ਅਸੀਂ ਦੇਖਿਆ ਸੀ ਸਾਡੇ ਪ੍ਰਧਾਨ ਮੰਤਰੀ ਜੀ ਉੱਥੇ ਗਏ, ਜੀ, ਇੱਥੇ 20 ਦੇਸ਼ਾਂ ਦੇ ਮੁਖੀ ਆਏ ਸੀਗੇ, ਵਿੱਚ ਜੀ, ਮੁਖੀ ਸੀ, ਵਿੱਚ ਦੂਜੇ ਸੀ। ਜੀ, ਪ੍ਰਧਾਨ ਮੰਤਰੀ ਨੇ ਤਾਂ ਕਿਸੇ ਨੂੰ ਰਿਸੀਵ ਕਰਨ ਨਹੀਂ ਗਏ। ਜੀ, ਉੱਥੇ ਉਹ ਕਹਿੰਦੇ ਸਾਡੇ ਪ੍ਰਧਾਨ ਮੰਤਰੀ ਸਾਊਥ ਅਫਰੀਕਾ, ਦੱਖਣੀ ਅਫਰੀਕਾ 'ਚ ਗਏ, ਕਹਿੰਦੇ ਮੈਨੂੰ ਕਿਉਂ ਨਹੀਂ ਰਾਸ਼ਟਰਪਤੀ ਆਇਆ, ਮੈਂ ਤਾਂ ਬੈਠੇ ਜਹਾਜ਼ 'ਚ ਹੀ ਬੈਠੇ ਰਹੇ। ਜੀ, ਇੱਥੋਂ ਪਤਾ ਲੱਗਦਾ ਹੈ ਵੀ ਅਸੀਂ ਕਿੱਥੇ ਤੋਂ ਕਿੱਥੇ ਤੱਕ ਪਹੁੰਚ ਗਏ। ਜੀ, ਇਹ ਦੇਸ਼ ਗਿਆਨ ਦੇ ਵਿੱਚ ਬਹੁਤ ਉੱਚਾ ਸੀ। ਹੂੰ, ਇਹ ਦੇਸ਼ ਦੁਨੀਆ ਨੂੰ ਪਰੰਪਰਾਵਾਂ ਸਿਖਾਉਣ ਵਾਲਾ ਸੀ। ਹੂੰ, ਇਹ ਦੇਸ਼ ਦੁਨੀਆ ਦੇ ਵਿੱਚ ਏਕਤਾ ਦੀ ਵੱਡੀ ਨਿਸ਼ਾਨੀ ਸੀ। ਹੂੰ, ਇਹ ਦੇਸ਼ ਸਾਰਿਆਂ ਨੂੰ ਆਏ ਕਲਾ ਵਿੱਚ ਲੈਂਦਾ ਸੀ, ਹੂੰ, ਜੋ ਆਵੇ ਸੋ ਰਾਜੀ ਜਾਵੇ। ਹੂੰ, ਇਹਦੀ ਪਰੰਪਰਾ ਸੀ। ਹੂੰ, ਇਹ ਵਸੁਧਾ ਕੁਟੁੰਬਮ ਦਾ ਭਾਵੇਂ ਨਾਰਾ ਦਿੱਤਾ ਗਿਆ ਹੈ, ਜੀ, ਪਰ ਇਹ ਦੇਸ਼ ਸੱਚੀ ਮੁੱਚੀ ਵਸੁਧਾ ਕੁਟੁੰਬਮ ਸੀਗਾ ਕਿਸੇ ਜ਼ਮਾਨੇ 'ਚ, ਜੀ, ਜਿਹੜਾ ਹੁਣ ਨਹੀਂ ਰਿਹਾ। ਜੀ, ਹੁਣ ਇਹ ਘਟਨਾ ਤਾਂ ਘੱਟ ਗਿਣਤੀਆਂ ਵਾਸਤੇ ਵਸੁਧਾ ਕੁਟੁੰਬਮ ਹੈ, ਬਾਕੀ ਵਸੁਧਾ ਦੀ ਤਾਂ ਗੱਲ ਹੀ ਛੱਡੋ। ਹੂੰ, ਇਹ ਦੇਸ਼ ਵੀ ਆਪਣੇ ਆਪ 'ਚ ਹੀ ਘੱਟ ਗਿਣਤੀਆਂ ਵਾਸਤੇ, ਦਲਿਤਾਂ ਵਾਸਤੇ, ਜੀ, ਆਦੀਵਾਸੀਆਂ ਵਾਸਤੇ, ਔਰਤਾਂ ਵਾਸਤੇ, ਜੀ, ਤੇ ਹੋਰ ਕਈ ਜਿਹੜੇ ਦਬੇ ਕੁਚਲੇ ਲੋਕ ਨੇ, ਜੀ, ਉਹਨਾਂ ਵਾਸਤੇ ਦੇਸ਼ ਦੇ ਨਾਂ ਦੀ ਕੋਈ ਵੱਡੀ ਚੀਜ਼ ਰਹੀ ਨਹੀਂ। ਉਹਨਾਂ ਨੂੰ ਲੱਗਦਾ ਨਹੀਂ ਵੀ ਸਾਨੂੰ ਆਪਣੇ ਦੇਸ਼ ਤੇ ਕੋਈ ਮਾਣ ਹੋਏਗਾ, ਜੀ, ਕਿਉਂਕਿ ਮਾਣ ਤਾਂ ਹੀ ਹੋਏਗਾ ਨਾ ਜੇ ਉਹਨਾਂ ਨੂੰ ਲੱਗੇ ਦੇਸ਼ ਵੀ ਉਹਨਾਂ ਨੂੰ ਆਪਣਾ। ਇਸ ਦੇਸ਼ ਨੇ ਤਾਂ, ਇਸ ਸਰਕਾਰ ਨੇ ਤਾਂ ਇੱਥੇ ਤੱਕ ਵੀ ਕਰਤਾ ਵੀ ਤੁਸੀਂ ਦੇਸ਼ ਦੇ ਨਾਗਰਿਕ ਹੋ, ਇਹ ਤੁਹਾਨੂੰ ਸਾਬਤ ਕਰਨਾ ਪਏਗਾ। ਜੀ, ਤੁਹਾਡਾ ਜਿਹੜਾ ਨੋਟ ਹੈ ਇਹਨੂੰ ਅਸੀਂ ਜਿੱਦੇ ਮਰਜ਼ੀ ਜ਼ੀਰੋ ਕਰ ਦਾਂਗੇ, ਭੁਲੇਖਾ ਨਾ ਰੱਖਿਓ। ਹੂੰ, ਤੁਹਾਡਾ ਜਿਹੜਾ ਭਾਈਚਾਰਾ ਉਹਦੇ ਜਿੱਦੇ ਮਰਜ਼ੀ ਲੀਰ ਕਰ ਦਿਆਂਗੇ। ਹੂੰ, ਇਹ G20 ਜਿਹੜਾ ਸੀ, ਇਹਦੇ ਵਿੱਚ ਇਹਨਾਂ ਨੇ ਭਾਰਤ, ਪ੍ਰੈਜ਼ੀਡੈਂਟ ਆਫ ਭਾਰਤ ਲਿਖ ਕੇ ਹੂੰ, ਸੰਵਿਧਾਨ ਦੀ ਮੈਂ ਕਹਾਂਗਾ ਬਦਨਾਮੀ ਕਰੀ ਹੈ, ਉਲੰਘਣਾ ਕਰੀ ਹੈ ਸੰਵਿਧਾਨ ਦੀ, ਕਿਉਂਕਿ ਸੰਵਿਧਾਨ ਦੇ ਵਿੱਚ ਪ੍ਰੈਜ਼ੀਡੈਂਟ ਆਫ ਭਾਰਤ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ। ਹੂੰ, ਪ੍ਰੈਜ਼ੀਡੈਂਟ ਆਫ ਇੰਡੀਆ ਹੈ, ਪ੍ਰਾਈਮ ਮਿਨਿਸਟਰ ਆਫ ਇੰਡੀਆ ਹੈ, ਜਾਂ ਫਿਰ ਲਿਖਦੇ ਭਾਰਤ ਕੇ ਰਾਸ਼ਟਰਪਤੀ, ਅਗਰ ਹਿੰਦੀ 'ਚ ਲਿਖਣਾ ਸੀ ਇਹ ਲਿਖਿਆ ਜਾ ਸਕਦਾ ਸੀ, ਭਾਰਤ ਕੇ ਪ੍ਰਧਾਨ ਮੰਤਰੀ। ਜੀ, ਸੋ ਪ੍ਰੈਜ਼ੀਡੈਂਟ ਆਫ ਭਾਰਤ ਲਿਖਣਾ ਆਪਣੇ ਆਪ 'ਚ ਹੀ ਇਹਨਾਂ ਦੀ ਅਗਿਆਨਤਾ ਦਾ ਵੀ ਸਬੂਤ ਹੈ। ਜੀ, ਜੇ ਇਹਨਾਂ ਨੂੰ ਇੰਨੀ ਕੁ ਸਮਝ ਹੁੰਦੀ ਤਾਂ ਭਾਰਤ ਕੇ ਰਾਸ਼ਟਰਪਤੀ ਲਿਖ ਦਿੰਦੇ, ਕੋਈ ਕਿਸੇ ਨੂੰ ਇਤਰਾਜ਼ ਨਹੀਂ ਆਉਣਾ ਸੀ, ਕਿਉਂਕਿ ਲਿਖਦੀਆਂ ਅਸੀਂ ਰੋਜ਼ ਹੀ ਭਾਰਤ ਸੰਚਾਰ ਨਿਗਮ, ਭਾਰਤ ਗੈਸ, ਹੂੰ, ਭਾਰਤ ਪੈਟਰੋਲੀਅਮ, ਬਹੁਤ ਕੁਛ ਹੈ। ਹੂੰ, ਸੋ ਇਸ ਕਰਕੇ BSNL, ਜੀ, ਸੋ ਇਹ ਜਿਹੜਾ ਸੀ ਇਹਨਾਂ ਨੇ, ਮੈਨੂੰ ਐਂ ਲੱਗਦਾ ਹੈ ਬਈ ਜਿਹੜਾ ਅਸੀਂ ਕਰ ਸਕਦੇ ਸੀ ਸੌਖਾ, ਉਹ ਵੀ ਨਹੀਂ ਕਰਿਆ। ਇਹ ਤੋਂ ਪਤਾ ਲੱਗਦਾ ਇਹਨਾਂ ਦੀ ਸੋਚ ਵੀ ਤੰਗ ਹੈ, ਤੇ ਇਹ ਨਾਮ ਬਦਲੀ ਦੇ ਨਾਲ ਕੁਝ ਕਰਨਾ ਚਾਹੁੰਦੇ ਨੇ। ਜਦ ਕਿ ਨਾਮ ਬਦਲਣ ਦੇ ਨਾਲ ਤਾਂ ਤੁਸੀਂ ਇਹਨਾਂ ਨੇ ਕਿਹਾ ਜੀ ਈਸਟ ਇੰਡੀਆ ਕੰਪਨੀ ਰੱਖਿਆ, ਇਹਨਾਂ ਵਿਚਾਰਿਆਂ ਨੂੰ ਪਤਾ ਨਹੀਂ ਵੀ ਈਸਟ ਇੰਡੀਆ ਕੰਪਨੀ ਨੇ ਇੰਡੀਆ ਨਾਮ ਨਹੀਂ ਰੱਖਿਆ। ਇੰਡੀਆ ਨਾਮ ਕਿੱਥੋਂ ਆਇਆ? ਅਸਲ 'ਚ ਸਿੰਧ ਦਰਿਆ ਸੀ ਜੀ, ਸਿੰਧ ਨੂੰ ਜਿਹੜੇ ਸੀਗੇ ਇਹ ਅਰਬ ਲੋਕ ਜ਼ਿਆਦਾ ਆਏ, ਉਹ ਸੱਸਾ ਨਹੀਂ ਬੋਲ ਸਕਦੇ ਸੀ, ਉਹ ਹਿੰਦ ਬੋਲਣ ਲੱਗੇ, ਕਿਉਂਕਿ ਉਹਨਾਂ ਦੀ ਜ਼ਬਾਨ 'ਚ ਸੱਸਾ ਨਹੀਂ ਆਉਂਦਾ। ਜੀ, ਜਿਵੇਂ ਅਸੀਂ ਜਿਹੜੇ ਮਾਲਵੇ ਦੇ ਲੋਕ ਆ ਨਾ, ਕਈ ਵਾਰੀ ਸੜਕ ਨੂੰ ਸੜਕ ਕਹਿੰਦੇ ਆ, ਹਾਂਜੀ, ਤੇ ਉਸ ਤਰ੍ਹਾਂ ਉਹ ਅਸੀਂ ਤੇ ਕਹਿੰਦੇ ਆ ਜੀ, ਗਿਆ ਤੀ, ਉਹ ਕਹਿੰਦੇ ਸੀ। ਆਵਾਜ਼ ਦਾ ਫਰਕ ਹੁੰਦਾ। ਸੋ ਉਹਨਾਂ ਦੀ ਆਵਾਜ਼ 'ਚ ਜਿਹੜਾ ਸੀ ਉਹ ਸੱਸਾ ਨਹੀਂ ਸੀ, ਤੱਤਾ ਸੀ। ਸੋ ਇਸ ਕਰਕੇ ਸੌਰੀ ਹਾਹਾ ਉਹ ਹਿੰਦ ਕਹਿਣ ਲੱਗੇ। ਜਦ ਅੰਗਰੇਜ਼ੀ ਦੇ ਵਿੱਚ ਉਹਨੂੰ ਕਿਹਾ ਤਾਂ ਉਹ ਇੰਡੀਅਨ ਕਹਿਣ ਲੱਗੇ, ਇੰਡੀਆ। ਇੰਡਸ ਰਿਵਰ, ਉਹੀ ਜਿਹੜਾ ਸਿੰਧ ਦਰਿਆ ਸੀ ਉਹਨੂੰ ਇੰਡਸ ਰਿਵਰ ਬਹੁਤ ਪੁਰਾਣਾ ਕਿਹਾ ਜਾ ਰਿਹਾ ਜੀ, ਕੋਈ ਅੱਜ ਨਹੀਂ ਕਿਹਾ ਜਾ ਰਿਹਾ ਜੀ। ਜਿਹੜਾ ਅਸੀਂ ਜੇ ਦੇਖੀਏ 16ਵੀਂ ਸਦੀ ਦੇ ਸ਼ੁਰੂ 'ਚ ਅੰਗਰੇਜ਼ ਤਾਂ ਬਾਅਦ 'ਚ ਆਏ ਨੇ, ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਇਹਦਾ ਨਾਂ ਇੰਡੀਆ ਲਿਖਿਆ ਹੋਇਆ ਜੀ। ਸੋ ਇਸ ਕਰਕੇ ਇਹ ਕਹਿਣਾ ਇੰਡੀਅਨ ਜਿਹੜਾ ਹੈਗਾ ਸੀ ਜੀ, ਹਿੰਦ ਮਹਾਸਾਗਰ ਜਿਹਨੂੰ ਅਸੀਂ ਕਹਾਂ। ਹੁਣ ਜਿਹੜਾ ਹਿੰਦ ਮਹਾਸਾਗਰ ਦਾ ਨਾਮ ਕਿਵੇਂ ਬਦਲ ਦੇਣਗੇ, ਉਹ ਤਾਂ ਦੁਨੀਆ ਦੇ ਮੈਪ ਨੇ ਨਾ ਜੀ। ਸੋ ਇਸ ਕਰਕੇ ਇਹੋ ਜਿਹੀ ਜਿਹੜੀ ਛੋਟੀ ਸੋਚ ਉਦੋਂ ਹੁੰਦੀ ਹੈ ਜਦੋਂ ਉਹਨੂੰ ਐਂ ਪਤਾ ਹੀ ਨਾ ਹੋਵੇ ਵੀ ਇਹਦਾ ਫਰਕ ਕੀ ਪਏਗਾ। ਜਿਹਨੂੰ ਗਿਆਨ ਹੈ ਉਹਨੂੰ ਪਤਾ ਵੀ ਇਹ ਤਾਂ ਬਹੁਤ ਵੱਡਾ ਕੰਮ ਹੈ, ਇਹਨੂੰ ਆਪਾਂ ਕਿਵੇਂ ਬਦਲਾਂਗੇ। ਜਿਵੇਂ ਤੁਸੀਂ ਨਾਮ ਲਏ ਨੇ,
इंडियन इंस्टीट्यूट ऑफ मेडिकल साइंसेस, जी इंडियन इंस्टीट्यूट ऑफ साइंस एजुकेशन एंड रिसर्च, जी। इंडियन इंस्टीट्यूट ऑफ साइंस मंगलौर, जी इंडियन इंस्टीट्यूट ऑफ टेक्नोलॉजी, जी। इंडियन एयरलाइंस, आईपीएस हो गया, इंडियन IPS, नेवी हो गई, सब कुछ इंडियन मतलब। इंडियन नेवी, इंडियन आर्मी, इंडियन एयरफोर्स, कुछ भी कही जाओ ਤੁਸੀਂ, 에ਅਰ ਇੰਡੀਆ, ਇੰਡੀਅਨ 에ਅਰਲਾਈਨਸ। ਸੋ ਇਹ ਕੁਝ ਕਿਤੇ ਵੀ ਥਾਂ ਤੇ ਇਹ ਆਪ ਹੀ ਕਹਿੰਦੇ ਸਕਿਲ ਇੰਡੀਆ, ਸਟਾਰਟਅਪ ਇੰਡੀਆ, ਸਟੈਂਡ ਅਪ ਇੰਡੀਆ, ਮੇਕ ਇਨ ਇੰਡੀਆ। ਕਿਹੜੀ ਚੀਜ਼ ਹੈ ਜਿਹੜੀ ਮੋਦੀ ਸਾਹਿਬ ਨੇ ਆਪ ਨਹੀਂ ਕਹੀ ਇੰਡੀਆ ਬਾਰੇ? ਸੋ ਇਸ ਕਰਕੇ ਇਹ ਜਿਹੜਾ ਇਹਨਾਂ ਦੀ ਛੋਟੀ ਸੋਚ ਚੋਂ ਇਹਨਾਂ ਨੂੰ ਡਰ ਪੈ ਗਿਆ ਵੀ INDIA ਜਿਹੜਾ ਬਣਿਆ ਇਹਨੇ ਛਾਤੜਾ। ਉਸ ਕਰਕੇ ਮੈਨੂੰ ਐਂ ਲੱਗਦਾ ਆਪਾਂ ਇਸ ਗੱਲ ਨੂੰ ਜੇ ਇੱਥੇ ਸੀਮਤ ਵੀ ਕਰਨਾ ਹੋਵੇ ਤਾਂ ਇਹ ਹੈ ਕਿ ਨਾ ਤਾਂ ਸਾਡਾ ਸੰਵਿਧਾਨ ਇਸ ਤਰੀਕੇ ਦੀ ਇਜਾਜ਼ਤ ਦਿੰਦਾ ਇਸ ਨੂੰ। ਕਿਉਂ? ਮੈਂ ਜਿਹੜੀ ਗੱਲ ਇੱਥੇ ਫੋਕਸ ਕੇਂਦਰਿਤ ਕਰਨੀ ਚਾਹੁੰਦਾ ਕਿ ਇਹ ਸੰਵਿਧਾਨ ਦਾ ਆਰਟੀਕਲ 1 ਹੈ ਜੀ, ਧਾਰਾ 1 ਹੈ ਜੀ ਉਦੋਂ ਪਹਿਲਾਂ ਸੰਵਿਧਾਨ ਦੀ ਪ੍ਰਸਤਾਵਨਾ ਪ੍ਰੀਐਂਬਲ ਲਿਖਿਆ ਹੋਇਆ ਜੀ। ਉੱਥੇ ਲਿਖਿਆ ਵੀ ਦੀ ਪੀਪਲ ਆਫ ਇੰਡੀਆ। ਉੱਥੇ ਇਹ ਨਹੀਂ ਲਿਖਿਆ ਵੀ ਦੀ ਪੀਪਲ ਆਫ ਭਾਰਤ ਆਰ ਇੰਡੀਆ, ਵੀ ਦੀ ਪੀਪਲ ਆਫ ਇੰਡੀਆ। ਸੋ ਸੰਵਿਧਾਨ ਇੰਡੀਆ ਦੇ ਲੋਕਾਂ ਨੇ ਦਿੱਤਾ ਹੈ ਤੇ ਉੱਥੇ ਕਿਵੇਂ ਬਦਲ ਕੇ? ਉਹ ਤਾਂ ਪ੍ਰਸਤਾਵਨਾ ਹੀ ਨਹੀਂ ਬਣਨੀ। ਦੂਜੀ ਗੱਲ ਜਿਹੜਾ ਹੈਗਾ ਇੰਡੀਆ ਦਾ ਦੂਜਾ ਨਾਮ ਇਹ ਕਹਿੰਦੇ ਉਸ ਆਰਟੀਕਲ 1 ਜਿਹੜੀ ਧਾਰਾ 1 ਹੈ ਉਹ 'ਤੇ 15 ਨਵੰਬਰ 1948 ਤੋਂ ਲੈ ਕੇ 17 ਨਵੰਬਰ 1948 ਤੱਕ ਲਗਾਤਾਰ ਬਹਿਸਾਂ ਹੋਈਆਂ। 18 ਨਵੰਬਰ ਨੂੰ ਇਹ ਨਾਮ ਪਾਸ ਹੋਇਆ। ਠੀਕ ਹੋ ਗਿਆ ਕਿ ਏਡੇ ਵੱਡੇ ਜਿਹੜੇ 300-400 ਮੈਂਬਰਾਂ ਨੇ ਇੰਨੀ ਬਹਿਸ ਕਰਕੇ ਇੰਨੀਆਂ 83 ਤੋਂ ਲੈ ਕੇ 96 ਤੱਕ ਤਕਰੀਬਨ ਜਿੰਨੇ ਵੀ ਇਹਦੇ 'ਚ ਅਮੈਂਡਮੈਂਟ ਆਈਆਂ ਜਿਹਨੂੰ ਆਪਾਂ ਕਹਿੰਦੇ ਤਰਮੀਮਾਂ, ਵੀ ਇਹਨੂੰ ਭਾਰਤ ਵਰਸ਼ ਕਹਿ ਦਿਓ, ਉਹਨੂੰ ਆਹ ਕਹਿ ਦਿਓ, ਇਹਨੂੰ ਆਹ ਕਹਿ ਦਿਓ, ਇਹ ਸਾਰੀਆਂ ਚਰਚਾ ਹੋਈਆਂ ਨੇ ਜੀ। ਉਹ ਲੋਕ ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ ਵਾਸਤੇ ਲੜਾਈ ਕਰੀ, ਜਿਹੜੇ ਜੇਲ੍ਹਾਂ 'ਚ ਰਹੇ, ਜਿਨ੍ਹਾਂ 'ਚ ਅੱਜ ਦੇ ਜਿਹੜੇ ਇਹ ਨੇ ਜਿਹੜੀ ਅੱਜ ਦੀ ਭਾਰਤੀ ਜਨਤਾ ਪਾਰਟੀ ਇਹਦੇ ਨਾਲ ਬਹੁਤ ਜ਼ਿਆਦਾ ਗਿਆਨਵਾਨ ਲੋਕ ਸੀਗੇ। ਅੱਜ ਦੇ ਸਾਡੇ ਨੇਤਾ ਸਾਨੂੰ ਪਤਾ ਹੀ ਹੈ ਕਿੰਨੇ ਗਿਆਨਵਾਨ ਨੇ ਸਾਰੀਆਂ ਪਾਰਟੀਆਂ ਦੇ, ਉਹ ਬਹੁਤ ਜ਼ਿਆਦਾ ਗਿਆਨਵਾਨ ਸੀਗੇ। ਅੱਜ ਦੇ ਨੇਤਾ ਤਾਂ ਆਪਣੀ ਪਾਰਟੀ, ਆਪਦਾ ਘਰ, ਆਪਦੇ ਕੱਪੜਿਆਂ 'ਤੇ ਧਿਆਨ ਰੱਖਦੇ ਨੇ। ਉਹਨਾਂ ਨੇ ਤਾਂ ਆਪਦਾ ਸਭ ਕੁਝ ਨਿਛਾਵਰ ਕੀਤਾ ਸੀ ਜਿਨ੍ਹਾਂ ਨੇ ਇਹ ਬਣਾਇਆ ਸੀ ਜੀ। ਸੋ ਅੱਜ ਇਹ ਜਿਵੇਂ ਬਾਪ ਦਾਦਿਆਂ ਦੀ ਕਰੀ ਕਰਤੀ ਦੇ ਉੱਤੇ ਖੇਹ ਪਾਉਣਾ ਚਾਹੁੰਦੇ ਨੇ ਤੇ ਇਹ ਕੋਸ਼ਿਸ਼ ਕਰ ਰਹੇ ਨੇ ਆਪਦੇ ਹੰਕਾਰ 'ਚੋਂ, ਆਪਦੇ ਲਾਲਚ 'ਚੋਂ, ਆਪਦੇ ਨਿੱਜ 'ਚੋਂ। ਇਹ ਕੋਈ ਨਾ ਜਨਤਾ ਦੇ ਭਲੇ 'ਚ ਹੈ, ਇਹਦੇ ਉੱਤੇ ਅਰਬਾਂ ਰੁਪਈਆ ਖਰਚ ਹੋਣਾ ਜਿਹੜਾ ਕਿ ਗਰੀਬ ਲੋਕਾਂ ਦੇ ਵਾਸਤੇ ਉਂਝ ਕੰਮ ਆ ਸਕਦੀ, ਬੱਚਿਆਂ ਦੀ ਪੜ੍ਹਾਈ ਵਾਸਤੇ ਕੰਮ ਆ ਸਕਦਾ ਸੀ, ਬਿਮਾਰੀਆਂ ਦੂਰ ਕਰਨ ਵਾਸਤੇ ਆ ਸਕਦਾ ਸੀ, ਲੋਕਾਂ ਨੂੰ ਘਰ ਦੇਣ ਵਾਸਤੇ ਆ ਸਕਦਾ ਸੀ। ਉਹਦੀ ਬਜਾਏ ਇਹ ਆ ਨਾਮ ਬਦਲੀ ਦੇ ਉੱਤੇ, ਔਰ ਉਹਦੇ 'ਚ ਵੀ ਇੰਨੀ ਥਾਂ 'ਤੇ ਨਾਮ ਇੱਦਾਂ ਰਹਿ ਜਾਣਾ ਹੈ ਬਦਲਣਾ ਕਿ ਮੁੜ ਕੇ ਰੌਲੇ ਪੈਂਦੇ ਨੇ ਜੀ। ਜਿਨ੍ਹਾਂ ਨੂੰ ਇੰਨਾ ਨਹੀਂ ਪਤਾ ਵੀ ਜੇ ਆਪਾਂ ਕੋਈ ਤੁਸੀਂ ਗੜੀ ਲਿਖ ਦਿਓ ਜਿਵੇਂ ਜੀ, ਜੇ GARHI ਪਾਤਾ ਜਾਂ GARI ਪਾਤਾ, H ਕੱਟਦਾ ਵਿੱਚੋਂ ਜੀ, ਠੀਕ ਹੈ, ਤੇ ਉਹਦੇ ਨਾਲ ਹੀ ਤੁਹਾਡਾ ਨਾਮ ਮੰਨਿਆ ਨਹੀਂ ਜਾਣਾ ਜੀ। ਬਿਲਕੁਲ ਉਹ ਕਹਿਣਗੇ ਤਾਂ ਗਲਤ ਹੈ, ਤੁਸੀਂ ਪਾਸਪੋਰਟ ਦੇ ਨਾਮ 'ਚ ਇੱਕ ਸਪੈਲਿੰਗ ਦਾ ਫਰਕ ਪੈ ਜੇ, ਉਹ ਕਹਿੰਦੇ ਨਹੀਂ ਜੀ ਇਹ ਤਾਂ ਗਲਤ ਹੈ ਜੀ, ਮੇਰਾ ਪਿਆਰਾ ਹੈ। ਜੇ ਪਿਆਰੇ ਪਾ ਦੇ ਕੋਈ, ਕਈ ਪਾਉਂਦੇ ਨੇ ਪਿਆਰੇ, ਉਹ ਨਾਮ ਗਲਤ ਹੈ ਟੈਕਨੀਕਲੀ, ਕਿਉਂਕਿ ਉਹ ਕਹਿੰਦੇ ਸਰਟੀਫਿਕੇਟ 'ਚ ਆ ਲਿਖਿਆ। ਸੋ ਜੇ ਇੱਕ ਅੱਖਰ ਨਾਲ ਨਹੀਂ ਤਾਂ ਪੂਰਾ ਨਾਮ ਬਦਲ ਕਿਵੇਂ ਜਾਏਗਾ? ਕਿਸੇ ਨੇ ਆਪਦਾ ਨਾਮ ਸਰਟੀਫਿਕੇਟ 'ਚ ਬਦਲਣਾ ਹੋਵੇ ਨਾ, ਨਾਮ ਨਵਾਂ ਰੱਖ ਲੇ, ਉਹਨੂੰ ਪੂਰੀ ਇੱਕ ਪ੍ਰਕਿਰਿਆ ਹੈ। ਇੱਕ ਬੰਦੇ ਦਾ ਸਰਟੀਫਿਕੇਟ ਬਦਲਣ 'ਚ ਐਡੀ ਵੱਡੀ ਪ੍ਰਕਿਰਿਆ ਹੈ, ਇੱਕ ਦੇਸ਼ ਦਾ ਨਾਮ ਬਦਲਣ 'ਚ ਕਿੰਨੀਆਂ ਪ੍ਰਕਿਰਿਆਵਾਂ ਹੋਣਗੀਆਂ, ਕਿੰਨਾ ਪੈਸਾ ਲੱਗੇਗਾ। ਇਲਾਹਾਬਾਦ ਦਾ ਕਹਿੰਦੇ ਪ੍ਰਯਾਗ ਕਰਨਾ ਹੈ, ਜਦ ਇਹਨਾਂ ਨੇ ਇਹ ਬੰਬਈ ਦਾ ਮੁੰਬਈ ਕਰਿਆ, ਜਦ ਮਦਰਾਸ ਦਾ ਚੇਨਈ ਕਰਿਆ, ਉਦੋਂ ਇਹਨਾਂ ਨੂੰ ਪੁੱਛ ਲਓ ਬੰਗਲੌਰ ਦਾ ਬੰਗਲੁਰੂ ਕਰਿਆ ਕਿੰਨਾ ਪੈਸਾ ਲੱਗਿਆ। ਲਾ ਲੈਣਾ ਹਿਸਾਬ ਵੀ ਕਿੰਨਾ ਪੈਸਾ ਲੱਗਿਆ ਉਸ 'ਤੇ, ਕਿਉਂਕਿ ਸਾਰੀ ਕਰੰਸੀ ਜਿਵੇਂ ਨੋਟਬੰਦੀ ਪਹਿਲਾਂ ਕਰੀ ਸਾਰੀ ਕਰੰਸੀ ਜਾਏਗੀ, ਕਿਉਂਕਿ ਰਿਜ਼ਰਵ ਬੈਂਕ ਆਫ ਇੰਡੀਆ ਤਾਂ ਰਹਿਣੀ ਨਹੀਂ, ਫਿਰ ਕਹਿਣਗੇ ਰਿਜ਼ਰਵ ਬੈਂਕ ਆਫ ਭਾਰਤ ਕਹਿਣਗੇ। ਫਿਰ ਉਹਦੇ ਉੱਤੇ ਜਿਹੜਾ ਉੱਤੇ ਰਿਜ਼ਰਵ ਬੈਂਕ ਆਫ ਇੰਡੀਆ ਲਿਖਿਆ ਉਹ ਨੋਟ ਰੱਦ ਹੋ ਗਿਆ, ਗਵਰਨਰ ਥੱਲੇ ਆ ਰਿਜ਼ਰਵ ਬੈਂਕ ਆਫ ਇੰਡੀਆ ਦਾ, ਉਹ ਰੱਦ ਹੋ ਗਿਆ। ਜੇ ਸਾਰੇ ਨੋਟ ਉਦੋਂ ਤਾਂ ਜੇ 500 ਤੇ 1000 ਦੀ ਰੱਦ ਹੋਈ ਸੀ, ਹੁਣ ਤਾਂ 1 2 3 4 5 1 2 5 10 20 50 ਵਾਲੇ ਵੀ ਰੱਦ ਹੋ ਜਾਣੇ ਨੇ, 200 ਵਾਲੇ ਵੀ ਰੱਦ ਹੋ ਜਾਣੇ ਨੇ। ਸੋ ਇਹ ਤੋਂ ਕੀ ਕੱਢਣਾ ਚਾਹੁੰਦੇ ਨੇ, ਇਹ ਕੀ ਦੱਸਣਾ ਚਾਹੁੰਦੇ ਨੇ? ਕੀ ਇਹ ਦੱਸਣਾ ਚਾਹੁੰਦੇ ਨੇ ਵੀ ਅਸੀਂ ਨਾਮ ਤਾਂ ਭਾਰਤ ਕਰ ਦਿਆਂਗੇ ਪਰ ਕਰੰਸੀ ਇੰਡੀਆ ਦੇ ਨਾਂ 'ਤੇ ਚੱਲਦੀ ਰਹੂਗੀ? ਕੀ ਇਹ ਦੱਸਣਾ ਚਾਹੁੰਦੇ ਵੀ ਅਸੀਂ ਇੱਕ ਦਿਨ ਸਾਰੀ ਕਰੰਸੀ ਬੰਦ ਕਰ ਦਿਆਂਗੇ ਵੀ ਇਹ ਚੱਲਣੀ ਨਹੀਂ, ਅਤੇ ਤੁਸੀਂ ਉੱਦਾਂ ਇੱਕ ਪੈਸਾ ਵੀ ਨਹੀਂ ਖਰਚ ਸਕੋਗੇ ਕਿਤੇ? ਜਦ 500 ਤੇ 1000 ਦਾ ਨੋਟ ਖਰਚ ਕਰਿਆ ਸੀ, ਉਦੋਂ ਤੁਹਾਡੇ ਕੋਲ ਜੇ 100 ਦਾ ਨੋਟ ਸੀ ਉਹ ਤਾਂ ਚੱਲ ਹੀ ਰਿਹਾ ਸੀ ਨਾ, 200 ਦਾ ਤਾਂ ਉਦੋਂ ਹੀ ਨਹੀਂ ਸੀ, 100 ਦਾ ਸੀ ਉਹ ਚੱਲ ਰਿਹਾ ਸੀ, 50 ਦਾ ਚੱਲ ਸੀ, ਥੋੜ੍ਹਾ ਬਹੁਤਾ ਤਾਂ ਕੰਮ, ਇਹ ਤਾਂ ਜਮਾ ਹੀ ਨਹੀਂ ਚੱਲਣਾ। ਹਾਂ, ਜਿਹਦੇ ਕੋਲ ਮਾੜੀ ਮੋਟੀ ਭਾਣ ਹੋਊ ਉਹਦੇ ਉੱਤੇ ਵੀ ਕਈ ਜਗ੍ਹਾ 'ਤੇ ਇੰਡੀਆ ਲਿਖਿਆ ਹੋਇਆ, ਫਿਰ ਹੋਰ ਨਹੀਂ ਚੱਲਣੀ ਭਾਣ ਵੀ। ਸੋ ਇਸ ਕਰਕੇ ਇਹਨਾਂ ਨੂੰ ਇਹ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਵੀ ਇਹਦਾ ਮਤਲਬ ਕੀ ਨਿਕਲੂਗਾ, ਔਰ ਹੋਣਾ ਕੋਈ ਫਾਇਦਾ ਨਹੀਂ।
ਡਾਕਟਰ ਸਾਹਿਬ ਜੀ ਗੱਲ ਕਰ ਰਹੇ ਆ ਰਿਐਲਿਟੀ ਕਿੰਨੀ ਕੁ ਹੈਗੀ ਹੈ ਜਿਸ ਵੈਸੇ ਜਦੋਂ ਬਦਲਣ ਦੀ ਗੱਲ ਕਰਦੇ ਤੁਸੀਂ ਜਿੰਨਾ ਸਾਰਾ ਦੱਸਿਆ ਵੀ ਪੂਰੇ ਭਾਰਤ ਦਾ ਬਦਲਣਾ ਨਾਮ ਤਾਂ ਕਿੰਨੀਆਂ ਸਮੱਸਿਆਵਾਂ ਆਣੀਆਂ ਤੇ ਜਿਹੜੀ ਨਾਮ ਬਦਲਣ ਦੀ ਗੱਲ ਹੋ ਰਹੀ ਆ ਇਹਦੀ ਅਸਰ ਰਿਐਲਿਟੀ ਕੀ ਆ ਜੀ ਇਹਦੇ ਪਿੱਛੇ ਕੋਈ ਸਿਆਸਤ ਆ ਜਿਸ ਤਰ੍ਹਾਂ ਤੁਸੀਂ INDIA ਦਾ ਨਾਮ ਲੈ ਰਹੇ ਹੋ ਕਿਤੇ ਨਾ ਕਿਤੇ ਉਸ ਤੋਂ ਬੁਖਲਾਹਟ ਦੇ ਵਿੱਚ ਇਹ ਜਿਹੜਾ ਆ ਕਦਮ ਚੁੱਕਿਆ ਜਾ ਰਿਹਾ ਬਿਲਕੁਲ ਉਸ ਬੁਖਲਾਹਟ ਚੋਂ ਚੁੱਕਿਆ ਜਾ ਰਿਹਾ ਕਿਉਂਕਿ 3 ਮੀਟਿੰਗਾਂ ਉਹਦੀਆਂ ਸਫਲ ਹੋ ਗਈਆਂ ਤੀਜੀ ਮੀਟਿੰਗ ਸੀ ਜੀ ਤੇ ਤੀਜੀ ਮੀਟਿੰਗ ਜਦ ਸਫਲ ਹੋਈ ਹੈ ਇਹਨਾਂ ਨੂੰ ਪਿੱਛੂ ਪੈ ਗਏ ਪਰ ਇਹ ਦੇਖਦੇ ਨਹੀਂ ਉੱਥੇ ਲਿਖਿਆ ਹੈ ਜੁੜੇਗਾ ਭਾਰਤ ਜਿੱਤੇਗਾ ਇੰਡੀਆ ਫਿਰ ਭਾਰਤ ਵੀ ਬਦਲ ਲੈ ਕਿਉਂਕਿ ਇਹ ਦੇਸ਼ ਨੂੰ ਪਾੜ ਕੇ ਰਾਜ ਕਰ ਰਹੇ ਨੇ ਇਹ ਅਸਲ 'ਚ ਇਹੋ ਜਿਹੇ ਜਿਹੜੇ ਹੁਣ ਸਾਡੇ ਹੁਕਮਰਾਨ ਨੇ ਇਹੋ ਜਿਹੇ ਹੁਕਮਰਾਨ ਇੱਕ ਮੁਸਲਮਾਨ ਹੁਕਮਰਾਨ ਵੀ ਮੁਗਲ ਹੁਕਮਰਾਨ ਵੀ ਆਏ ਸੀ ਜੀ ਤੇ ਉਹਨਾਂ ਦੇ ਬਾਰੇ ਬਹੁਤ ਕੁਝ ਲੋਕ ਕਹਿੰਦੇ ਨੇ ਉਹਨਾਂ ਨੂੰ ਤਾਂ ਇਤਿਹਾਸ 'ਚ ਪੜ੍ਹਾਇਆ ਜਾਂਦਾ ਸੀ ਉਹਨਾਂ ਦਾ ਨਾਂ ਸੀ ਮੁਹੰਮਦ ਤੁਗਲਕ ਜੀ ਉਹ ਮੁਹੰਮਦ ਤੁਗਲਕ ਨੇ ਰਾਜਧਾਨੀ ਉੱਥੋਂ ਕਲਕੱਤੇ ਤੋਂ ਦਿੱਲੀ ਇਹ ਉਹ ਰਾਜਧਾਨੀ ਬਦਲ ਕੇ ਪੰਗਾ ਪਾ ਲਿਆ ਸੀ ਇਕੱਲਾ ਇਹ ਤਾਂ ਨਾਮ ਸਾਰਾ ਕੁਝ ਬਦਲਣਾ ਚਾਹੁੰਦਾ ਸੋ ਇਹੋ ਜਿਹੀਆਂ ਜਦ ਰਾਜ ਹੱਠ ਤੇ ਬਾਲ ਹੱਠ ਬੜੇ ਮਾੜੇ ਹੁੰਦੇ ਨੇ ਜਦੋਂ ਹੱਠ ਕਰਕੇ ਜਿੱਤੇ ਲੱਗ ਜਾਣ ਤਾਂ ਉਹ ਬੜੀਆਂ ਵੱਡੀਆਂ ਕੌਮਾਂ ਦਾ ਨੁਕਸਾਨ ਕਰ ਦਿੰਦੇ ਨੇ ਮੈਨੂੰ ਇਹ ਲੱਗਦਾ ਵੀ ਜਿਹੜਾ ਭਾਰਤ ਹੈ ਜਿਹੜਾ ਇੰਡੀਆ ਹੈ ਇਹਦੀ ਜਿਹੜੀ ਰਾਸ਼ਟਰੀਅਤ ਹੈ ਉਹ ਅੱਜ ਖਤਰੇ 'ਚ ਪਈ ਹੋਈ ਹੈ ਕਿਉਂਕਿ ਉਹ ਉਹਨਾਂ ਲੋਕਾਂ ਦੇ ਹੱਥ 'ਚ ਆ ਗਈ ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਦੇਸ਼ ਬਣਿਆ ਕਿਵੇਂ ਸੀ ਜੀ ਡਾਕਟਰ ਸਾਹਿਬ ਗੱਲ ਕਰ ਲਈਏ ਤਾਂ ਚਾਹੇ ਆਪਾਂ ਇੱਕ ਪਾਸੇ INDIA ਇਕੱਠਾ ਹੋ ਰਿਹਾ ਆ ਪਰ ਜੇ ਨੂੰਹ ਵਾਲੇ ਮਸਲੇ ਦੀ ਗੱਲ ਕਰ ਲਈਏ ਜਾਂ ਪੂਰੇ ਭਾਰਤ ਦੇ ਵਿੱਚ ਜੋ ਵੀ ਹੋ ਰਿਹਾ ਕੁਦਰਤੀ ਆਫਤਾਂ ਆ ਰਹੀਆਂ ਪੰਜਾਬ ਦੇ ਵਿੱਚ ਆ ਨਸ਼ਿਆਂ ਦੇ ਨਾਲ ਲੋਕਾਂ ਦੀ ਬਾਰ ਜਿਹੜੀ ਉਹ ਛਿੜ ਗਈ ਆ ਤੁਸੀਂ ਦੇਖਿਆ ਕਿ ਆ ਇਕੱਲੇ ਜਿਹੜੀ ਇੱਕ ਨਸ਼ਿਆਂ ਨੂੰ ਰੋਕਣ ਵਾਲੀ ਕਮੇਟੀ ਆ ਉਹਦੇ ਇੱਕ ਬੰਦੇ ਦੀ ਜਿਹੜੀ ਉਹਦਾ ਕਤਲ ਕਰ ਦਿੱਤਾ ਜਾਂਦਾ ਆ ਮਨੀਪੁਰ ਦੇ ਵਿੱਚ ਜੋ ਹੋਇਆ ਉਹਨੂੰ ਲੈ ਕੇ ਜਿਹੜੀਆਂ ਦੂਸਰੀਆਂ ਵੀ ਰਾਜਨੀਤਿਕ ਪਾਰਟੀਆਂ ਹੈਗੀਆਂ ਉਹ ਵੀ ਸੀਰੀਅਸ ਜਿਹੜੀਆਂ ਉਹ ਨਹੀਂ ਦਿਖਾਈ ਦਿੰਦੀਆਂ ਹੈਗੀਆਂ ਜਿਸ ਤਰ੍ਹਾਂ ਉਹਨਾਂ ਨੂੰ ਹੋਣਾ ਚਾਹੀਦਾ ਸਾਰੇ ਮਸਲਿਆਂ ਨੂੰ ਲੈ ਕੇ ਦੇਖੋ ਇਹ ਸਾਡਾ ਨਾ ਇੱਕ ਵਿਚਾਰ ਹੋ ਸਕਦਾ ਹੈ ਜੀ ਦੇਖਣ ਨੂੰ ਐਂ ਲੱਗਦਾ ਵੀ ਉਹ ਸੀਰੀਅਸ ਨਹੀਂ ਹੈਗੇ ਜੀ ਕਿਉਂਕਿ ਜੇ ਸੀਰੀਅਸ ਨਾ ਹੁੰਦੇ ਤਾਂ ਨੂੰਹ ਦੇ ਉੱਤੇ ਜਿਹੜੀ ਗੱਲ ਲੋਕਾਂ ਨੇ ਕਰੀ ਹੈ ਜਿਹੜੇ ਹਰਿਆਣੇ ਦੇ ਲੋਕ ਜਿੱਥੇ ਕਿ BJP ਦਾ ਰਾਜ ਹੈ ਉੱਥੇ ਉੱਥੋਂ ਜਾਟ ਉੱਠ ਕੇ ਤੁਰ ਪਏ ਅਸੀਂ ਤਾਂ ਮੁਸਲਮਾਨਾਂ ਦੇ ਹੱਕ 'ਚ ਹਾਂ ਜੀ ਇਹ ਆਪੇ ਨਹੀਂ ਤੁਰ ਜਾਂਦੇ ਹੁੰਦੇ ਜੀ ਇਸੇ ਤਰ੍ਹਾਂ ਹੀ ਜਿਹੜਾ ਮਨੀਪੁਰ 'ਚ ਹੋਇਆ ਜੀ ਉਹਦੇ ਉੱਤੇ ਥਾਂ ਥਾਂ ਤੇ ਇਹਨਾਂ ਦੀ ਇਨਸਲਟ ਹੋਈ ਹੈ ਵੀ ਤੁਸੀਂ ਕਰ ਕੀ ਰਹੇ ਹੋ ਤੁਸੀਂ ਤਾਂ ਇਨਸਾਨ ਤੁਸੀਂ ਤਾਂ ਕਹਿੰਦੇ ਹੋ ਇਹ ਦੇਵੀਆਂ ਨੇ ਔਰਤਾਂ ਤੁਸੀਂ ਦੇਵੀ ਛੱਡੋ ਤੁਸੀਂ ਇਹਨਾਂ ਨੂੰ ਬੰਦਾ ਨਹੀਂ ਮੰਨਣ ਨੂੰ ਤਿਆਰ ਔਰਤ ਨਹੀਂ ਮੰਨਣ ਨੂੰ ਤਿਆਰ ਤੁਸੀਂ ਜੋ ਕੁਝ ਕਰਿਆ ਇਹ ਜਾਂ ਬਰਬਰਤਾ ਦਾ ਨਾਚ ਤਾਂ ਕਰੇ ਵੱਡੇ ਵੱਡੇ ਗੁੰਡੇ ਬਦਮਾਸ਼ ਨਹੀਂ ਕਈ ਵਾਰੀ ਕਰਦੇ ਉਹ ਵੀ ਕਹਿੰਦੇ ਨਹੀਂ ਯਾਰ ਇਹ ਨਹੀਂ ਸੋ ਇਸ ਕਰਕੇ ਅਰੇ ਇਹ ਉਹਨੂੰ ਖਿੱਦਾ ਪਾ ਗਏ ਇਹਨਾਂ ਦੇ ਵੱਡੇ ਪੜ੍ਹੇ ਲਿਖੇ WhatsApp ਤੇ ਹੋਰ ਤੇ ਲਿਖਦੇ ਨੇ ਵੀ ਇਹੀ ਹੋਣਾ ਸੀ ਇਹਨੂੰ ਜਸਟੀਫਾਈ ਕਰ ਰਹੇ ਨੇ ਸੋ ਇਸ ਕਰਕੇ ਆਪਾਂ ਭੁਲੇਖਾ ਨਾ ਰੱਖੀਏ ਇੱਕ ਦਿਨ 'ਚ ਨਾ ਨਸ਼ੇ ਖਤਮ ਹੋਣੇ ਨੇ ਨਾ ਜਿਹੜੀ ਵੰਡ ਪਾਤੀ ਜਦ ਇੱਕ ਲੱਕੜ ਨੂੰ ਚੀਰਾ ਲਾਤਾ ਹੋਵੇ ਨਾ ਤੇ ਦੋ ਟੋਟੇ ਕਰਨ ਦੇ ਵਿੱਚ ਥੋੜ੍ਹਾ ਹੀ ਥਾਂ ਰਹਿ ਜੇ ਫਿਰ ਉਹਨੂੰ ਜੋੜਨਾ ਜ਼ਿਆਦਾ ਔਖਾ ਹੁੰਦਾ ਸਿਰੇ ਸਰੂਰ ਲਾ ਕੇ ਜੁੜਤਾ ਜਾਂਦੀ ਹੈ ਪਰ ਉਹ ਕਈਆਂ ਨੂੰ ਲੱਗਦਾ ਵੀ ਇਹ ਤਾਂ ਚੀਰਾ ਪਿਆ ਹੀ ਹੋਇਆ ਹੁਣ ਸ਼ਾਇਦ ਜੁੜਦਾ ਨਹੀਂ ਸੋ ਇਸ ਕਰਕੇ ਟਾਈਮ ਲੱਗਦਾ ਹਰੇਕ ਗੱਲ ਦੇ ਉੱਤੇ ਜਿੱਥੇ ਭਾਰਤ ਦੇ ਵਿੱਚ ਭਾਰਤ ਨੂੰ ਲੋਕਾਂ ਨੂੰ ਧਰਮ ਦੇ ਨਾਂ 'ਤੇ ਬੋਲੀ ਦੇ ਨਾਂ 'ਤੇ ਵੰਡਣ ਦੀਆਂ ਔਰਤਾਂ ਦੀ ਬੇਇੱਜ਼ਤੀ ਕਰਨ ਦੀਆਂ ਘੱਟ ਗਿਣਤੀਆਂ ਦੇ ਉੱਤੇ ਹਮਲੇ ਕਰਨ ਦੀਆਂ ਚਾਲਾਂ ਵੱਡੀਆਂ ਚੱਲ ਰਹੀਆਂ ਜਾ ਰਹੀਆਂ ਨੇ ਉੱਥੇ ਉਹਦਾ ਵਿਰੋਧ ਕਰਨ ਵਾਲੇ ਵੀ ਮੁਖਰ ਹੈਗੇ ਨੇ ਲੋਕ ਥੋੜ੍ਹੇ ਬਹੁਤੇ ਇਹ ਉਹਨਾਂ ਦੀ ਜ਼ਬਾਨਬੰਦੀ ਕਰਨਾ ਚਾਹੁੰਦੇ ਨੇ ਉਹ ਜ਼ਬਾਨਬੰਦੀ ਦਾ ਤੁਸੀਂ G20 ਦੀ ਗੱਲ ਕਰੀ ਤੁਸੀਂ ਮੰਨੋਗੇ ਵੀ ਜ਼ਬਾਨਬੰਦੀ ਦਾ ਪੰਜਾਬ ਦਾ ਕੀ ਉਹਦੇ 'ਚ ਹੱਦ ਕੱਢਿਆ ਗਿਆ ਉਹਦੇ 'ਚ ਪਾਸ ਕਰਿਆ ਗਿਆ ਹੈ ਬਈ ਵਿਦੇਸ਼ੀ ਟੈਰਰਿਸਟ ਕਸ਼ਮੀਰ ਔਰ ਭਾਰਤ 'ਚ ਪੰਜਾਬ 'ਚ ਆਉਂਦੇ ਨੇ ਡਰੋਨ ਆਉਂਦੇ ਨੇ ਇਹਨਾਂ ਨੂੰ ਰੋਕਣ ਵਾਸਤੇ ਸਾਰੀ ਦੁਨੀਆ ਇਕੱਠੀ ਹੋਵੇ ਸਾਰੇ ਦੇਸ਼ ਇਕੱਠੇ ਹੋਣ ਅਤੇ ਅਸੀਂ ਆਪਦੇ ਦੇਸ਼ ਦੇ ਵਿੱਚ ਤੁਸੀਂ ਜਿਹੜੇ ਇਹਨਾਂ ਨੂੰ ਹਥਿਆਰ ਦੇ ਦਿੰਦੇ ਹੋ ਛੋਟੇ ਮੋਟੇ ਉਹ ਨਾ ਇਹਨਾਂ ਨੂੰ ਦਿੱਤੇ ਜਾਣ ਇਹਨਾਂ ਨੂੰ ਉੱਥੇ ਐਸਲਮ ਜਿਹਨੂੰ ਆਪਾਂ ਕਹਿੰਦੇ ਹਾਂ ਇਹ ਆਪਣਾ ਸ਼ਰਨ ਨਾ ਦਿੱਤੀ ਜਾਵੇ ਆਹ ਨਾ ਕਰਿਆ ਜਾਵੇ ਉਹ ਨਾ ਕਰਿਆ ਜਾਵੇ ਕਿਹੜਾ ਪੰਜਾਬੀ ਹੈ ਜਿਹੜਾ ਦੇਸ਼ ਨੂੰ ਤੋੜਨਾ ਚਾਹੁੰਦਾ ਇਹ ਆਪ ਹੀ ਤੋੜਨਾ ਚਾਹੁੰਦੇ ਨੇ ਪੰਜਾਬੀਆਂ ਤਾਂ ਮੈਂ ਤਾਂ ਰੋਜ਼ ਪੰਜਾਬ ਜਾਂਦਾ ਥਾਂ ਥਾਂ 'ਤੇ ਜਾਂਦਾ ਮੈਨੂੰ ਤਾਂ ਕਿਤੇ ਤੋੜਨ ਵਾਲੇ ਦਿਖਦੇ ਨਹੀਂ ਬਾਕੀ 2-4 ਬੰਦੇ ਮਾੜੇ ਤਾਂ ਹਰੇਕ ਜਗ੍ਹਾ 'ਤੇ ਹੁੰਦੇ ਨੇ ਕਣਕ ਦੇ ਵਿੱਚ ਕਾਲਗਿਆਰੀ ਹਮੇਸ਼ਾ ਹੀ ਹੁੰਦੀ ਹੈ BJP 'ਚ ਲੱਭ ਲਓ RSS 'ਚ ਲੱਭ ਲਓ ਤੁਹਾਨੂੰ RSS ਦੇ ਜਿਹੜੇ ਪੱਕੇ ਭਗਤ ਕਹਿੰਦੇ ਨੇ ਆਪਦੇ ਆਪ ਨੂੰ ਉਹਨਾਂ ਨੂੰ ਦੇਖ ਲਓ ਸੋ ਇਸ ਕਰਕੇ ਇਹ ਕਹਿਣਾ ਜਿਹੜਾ ਹੈ ਕਿ ਖਾਲਿਸਤਾਨੀ ਹੋ ਗਏ ਜੀ ਇਹ ਦੇਸ਼ ਨੂੰ ਤੋੜ ਦੇਣਗੇ ਜੀ ਇਹ G20 'ਚ ਪਾਸ ਕਰਿਆ ਜੀ ਇਹਨਾਂ ਨੇ ਆਪ ਪਾਸ ਕਰਾਇਆ ਵੀ ਭਾਰਤ ਵਾਸਤੇ ਇਸ ਹੋਣਾ ਚਾਹੀਦਾ ਹੈ ਇਹ ਹੋਣਾ ਚਾਹੀਦਾ ਹੈ ਇਹ ਪੰਜਾਬ 'ਚ ਵਿਸ਼ੇਸ਼ ਤੌਰ 'ਤੇ ਕਿਹਾ ਗਿਆ ਵੀ ਇਹ ਤੋੜਨਾ ਚਾਹੁੰਦੇ ਨੇ ਪੰਜਾਬ ਨੂੰ ਜੀ ਖਾਲਿਸਤਾਨੀ ਐਲੀਮੈਂਟ ਕਿਹਾ ਗਿਆ ਜੀ ਤੁਸੀਂ ਸਿੱਖ ਕਮਿਊਨਿਟੀ ਨੂੰ ਸੰਬੰਧਿਤ ਰੱਖਦੇ ਦੋਨੋਂ ਜੀ ਤੁਹਾਨੂੰ ਲੱਗਦਾ ਵੀ ਇੱਥੇ ਖਾਲਿਸਤਾਨ ਮੰਗਿਆ ਜਾ ਰਿਹਾ ਸਿੱਖਾਂ ਵੱਲੋਂ ਜੀ ਕੋਈ ਵਿਅਕਤੀ ਮੰਗੇ ਤਾਂ ਕੋਈ ਵੀ ਹੈ ਉਹ ਤਾਂ ਜਿਵੇਂ ਇਹ ਮੋਹਨ ਭਗਤ ਜੀ ਕਹੀ ਜਾਂਦੇ ਨੇ ਬਾਕੀ ਜੇ ਮੰਗ ਵੀ ਲੈਂਦੇ ਨੇ ਫਿਰ ਕਿਹੜਾ ਪਹਾੜ ਗਿਰ ਗਿਆ ਮੋਹਨ ਭਗਤ ਜੀ ਤਾਂ ਇਹੀ ਕਹਿੰਦੇ ਨੇ ਵੀ ਹਿੰਦੁਸਤਾਨ ਹੈ ਤੇ ਫਿਰ ਜੇ ਕੋਈ ਖਾਲਿਸਤਾਨ ਕਹਿ ਦਿੰਦਾ ਤਾਂ ਕੀ ਪਹਾੜ ਗਿਰ ਗਿਆ ਜੀ ਕਹਿਣ ਤੋਂ ਕਿਉਂ ਰੋਕ ਨਹੀਂ ਸਕਦੇ ਤੁਸੀਂ ਭਾਰਤ ਨੂੰ ਇੰਡੀਆ ਤੁਸੀਂ ਇੰਡੀਆ ਨਹੀਂ ਕਹਿਣ ਨੂੰ ਤਿਆਰ ਕਿਉਂਕਿ ਤੁਸੀਂ ਤਾਕਤ 'ਚੋਂ ਫਿਰ ਦੂਜਾ ਕੋਈ ਮੈਂ ਇੰਡੀਆ ਕਹਿਣਾ ਮੈਂ ਤਾਕਤ 'ਚੋਂ ਜੀ
ਫਿਰ ਤਾਂ ਇਹੀ ਗੱਲ ਹੋਗੀ ਨਾ। ਤੁਹਾਨੂੰ ਹੱਕ ਹੈ ਕਿ ਅਸੀਂ ਇੰਡੀਆ ਨਾਮ ਮਿਟਾਵਾਂਗੇ, ਤੁਹਾਨੂੰ ਹੱਕ ਹੈ ਇਹਨੂੰ ਕਹਿਣ ਦਾ ਵੀ ਇਹ ਤਾਂ ਹਿੰਦੁਸਤਾਨ ਹੈ, ਤੁਹਾਨੂੰ ਹੱਕ ਹੈ ਮੋਹਨ ਭਗਤ ਜੀ ਨੂੰ ਇਹ ਕਹਿਣ ਦਾ ਕਿ ਜਿੰਨਾ ਚਿਰ ਇੱਕ ਵੀ ਹਿੰਦੂ ਇੱਥੇ ਹੈਗਾ ਉਹਨਾਂ ਚਿਰ ਇਹ ਹਿੰਦੁਸਤਾਨ ਹੈ। ਤੇ ਕਿਸੇ ਨੂੰ ਖਾਲਿਸਤਾਨ ਜਾਂ ਮੁਸਲਮਾਨ ਕਹਿਣ ਦਾ ਕਿਉਂ ਨਹੀਂ ਹੱਕ ਫਿਰ? ਔਰ ਭਾਰਤ ਦੀ ਸੁਪਰੀਮ ਕੋਰਟ ਨੇ ਕਿਹਾ ਵੀ ਖਾਲਿਸਤਾਨ ਕਹਿਣਾ ਜਾਂ ਖਾਲਿਸਤਾਨ ਦੀ ਮੰਗ ਕਰਨਾ ਕੋਈ ਗੈਰ ਸੰਵਿਧਾਨਕ ਨਹੀਂ ਹੈ, ਜਿੰਨਾ ਚਿਰ ਉਹ ਕੋਈ ਇੱਥੇ ਤੋੜ ਭੰਨ੍ਹੀਆਂ ਕਾਰਵਾਈਆਂ ਨਹੀਂ ਕਰਦੇ। ਸਵਾਲ ਉਹੀ ਹੈ ਕਿ ਲੋਕ ਵੀ ਕਿੱਥੇ ਜਾਣਦੇ? ਪੰਜਾਬ ਦੀ ਗੱਲ ਕਰ ਲਈਏ, ਪੰਜਾਬ ਦੇ ਧਰਾਤਲ ਦੀ ਗੱਲ ਕਰ ਲਈਏ, ਖੇਤੀਬਾੜੀ ਦੀ ਗੱਲ ਕਰ ਲਈਏ, ਪਾਣੀਆਂ ਦੀ ਗੱਲ ਕਰ ਲਈਏ, ਜਿਹੜੇ ਅਧਿਕਾਰ ਵੱਧ ਅਧਿਕਾਰ ਜਿਹੜੇ ਸਟੇਟਾਂ ਨੂੰ ਮਿਲਣੇ ਚਾਹੀਦੇ ਸੀ ਉਹ ਨਹੀਂ ਮਿਲ ਰਹੇ ਆ। ਜੇ ਗੱਲ ਕਰ ਲਈਏ ਜਦੋਂ ਸਟਾਰਟਿੰਗ ਦੇ ਵਿੱਚ ਜਿਹੜਾ ਆ ਜਦੋਂ ਭਾਸ਼ਾ ਦੇ ਆਧਾਰ ਉੱਤੇ ਜਦੋਂ ਸੂਬੇ ਬਣਨੇ ਸ਼ੁਰੂ ਹੋਏ ਆ ਤਾਂ ਪੰਜਾਬ 'ਚ ਜਦੋਂ ਰਿਪੋਰਟ ਆਈ ਸੀ ਤਾਂ 14 ਭਾਸ਼ਾਵਾਂ ਜਿਹੜੀਆਂ ਸੀਗੀਆਂ ਉਹ ਭਾਰਤ ਦੇ ਵਿੱਚ ਜਿਹੜੀਆਂ ਰਿਪੋਰਟ ਦੇ ਵਿੱਚ ਆਈਆਂ ਸੀਗੀਆਂ ਤਾਂ ਉਹਨਾਂ ਵਿੱਚ ਪੰਜਾਬੀ ਭਾਸ਼ਾ ਵੀ ਸੀਗੀ। ਹਾਲਾਂਕਿ ਪੰਜਾਬੀ ਸੂਬਾ ਜਿਹੜਾ ਆ ਉਹਨੂੰ ਬਣਨ ਨੂੰ ਕਿੰਨਾ ਟਾਈਮ ਲੱਗਿਆ, ਕਿੰਨੀਆਂ ਮੁਸ਼ਕਲਾਂ ਜਿਹੜੀਆਂ ਉਹ ਦੇਖਣੀਆਂ ਪਈਆਂ ਜੀ। ਤਾਂ ਲੋਕਾਂ ਦਾ ਵੀ ਸਵਾਲ ਹੈ ਕਿ ਜੇ ਲੋਕ ਖਾਲਿਸਤਾਨ ਮੰਗਦੇ ਵੀ, ਜਿਹੜੇ ਵੀ ਮੰਗਦੇ ਆ, ਜੇ ਉਹ ਡਿਮਾਂਡ ਆਪਣੀ ਰੱਖਦੇ ਵੀ ਆ ਤਾਂ ਉਹ ਫਿਰ ਜਾਣ ਵੀ ਕਿੱਥੇ? ਤੁਹਾਡੇ ਕੋਲ ਇਹ ਵੀ ਗੱਲ ਹੈ ਨਾ ਕਿ ਕੇਂਦਰ ਦੇ ਵਿੱਚ ਸਰਕਾਰ ਆ, ਜੇ ਤੁਸੀਂ ਸਰਕਾਰ ਤੁਹਾਡੀ ਫੇਲ ਹੈ ਤਾਂ ਹੀ ਲੋਕ ਦੂਆ ਰਸਤਾ ਦੇਖ ਰਹੇ। ਨਹੀਂ, ਮੈਂ ਇਸ ਨੂੰ ਥੋੜ੍ਹਾ ਜਿਹਾ ਇਸ ਤਰ੍ਹਾਂ ਨਹੀਂ ਲੈਂਦਾ। ਪਹਿਲੀ ਗੱਲ ਇਹ ਹੈ ਵੀ ਭਾਸ਼ਾ ਦੇ ਆਧਾਰ 'ਤੇ ਸੂਬੇ ਬਣਨੇ ਸੀ, 8ਵਾਂ ਸ਼ੈਡਿਊਲਡ ਹੈ ਸੰਵਿਧਾਨ ਦੇ ਵਿੱਚ। ਇਹ 14 ਭਾਸ਼ਾ ਸੰਵਿਧਾਨ 'ਚ ਸੀਗੀਆਂ, ਉਹ 14 'ਚ ਹੀ ਪੰਜਾਬੀ ਸੀ। ਹੁਣ ਤਾਂ 22 ਹੋ ਗਈਆਂ। 14 ਵੇਲੇ ਵੀ ਪੰਜਾਬੀ ਸੀ, 22 ਵੇਲੇ ਵੀ ਪੰਜਾਬੀ ਹੈ। ਭਾਸ਼ਾ ਦੇ ਆਧਾਰ 'ਤੇ ਸੂਬੇ ਬਣਾਉਣ ਦਾ ਫੈਸਲਾ ਆਜ਼ਾਦੀ ਦੀ ਲੜਾਈ ਦੇ ਦੌਰਾਨ ਹੋਇਆ ਸੀ। ਇਹ ਕੋਈ ਨਵੀਂ ਗੱਲ ਨਹੀਂ ਸੀ, ਪਰ ਇਹ ਪੰਜਾਬ ਨੂੰ ਨਹੀਂ ਦਿੱਤਾ ਗਿਆ। ਪੰਜਾਬ ਨੂੰ ਲਗਾਤਾਰ ਲੜਨਾ ਪਿਆ। ਲੜ ਕੇ 20 ਸਾਲਾਂ ਬਾਅਦ ਜਾ ਕੇ ਪੰਜਾਬੀ ਸੂਬਾ ਉਹ ਵੀ ਟੁੱਟਿਆ ਫੁੱਟਿਆ ਦਿੱਤਾ 1/11/66 ਨੂੰ। 47 ਤੋਂ 66 ਤੱਕ ਗਿਣੀਏ, ਅਗਸਤ ਤੋਂ 47 ਤੋਂ 1/11/66 ਤੱਕ 19 ਸਾਲ ਹੋ ਗਏ। ਜੇ 19 ਸਾਲਾਂ ਬਾਅਦ ਤੁਸੀਂ ਇੰਨਾ ਲੜ ਕੇ ਇੰਨਾ ਇੱਥੇ ਉਹ ਧੋਤੀ ਟੋਪੀ ਜਮਨਾ ਪਾਰ, ਦੂਜਾ ਕਹਿੰਦਾ ਕੱਛ ਕੜਾ ਕਰਪਾਨ ਬਾਗਿਓਂ ਪਾਰ, ਇਹ ਜੇ ਨਾਰੇ ਲਵਾ ਕੇ ਤੁਸੀਂ ਸੂਬਾ ਦਿੰਦੇ ਹੋ ਤੇ ਤੁਸੀਂ ਕੀ ਦਿੱਤਾ? ਬੱਕਰੀ ਨੂੰ ਦੁੱਧ ਦਿੱਤਾ ਮਿੰਗਣਾ ਘੋਲ ਕੇ। ਸੋ ਸਾਨੂੰ ਇਹ ਲੜਨਾ ਪਿਆ। ਪਰ ਇਹਦੇ ਵਿੱਚ ਕਹਿੰਦੇ ਕਿ ਵੀ ਪੈਸਾ ਖੋਟਾ ਆਪਦਾ ਬਾਣੀਆਂ ਨੂੰ ਕੀ ਦੋਸ਼? ਜਿਹੜਾ ਅਕਾਲੀ ਦਲ ਆਨੰਦਪੁਰ ਦੇ ਮੱਤੇ ਦੇ ਉੱਤੇ ਖੜਾ ਸੀ, ਜਿਹਨੇ ਇੰਨੇ ਜ਼ਿਆਦਾ ਕਤਲੇਆਮ ਕਰਾਤਾ ਸਿੱਖਾਂ ਦਾ, ਉਸ ਮੱਤੇ ਦੇ ਨਾਂ 'ਤੇ, ਉਸ ਮੱਤੇ ਦੇ ਨਾਂ 'ਤੇ ਲੋਕਾਂ ਨੇ ਜੇਲ੍ਹਾਂ ਭਰਤੀਆਂ, ਕੰਮ ਰੋਕੋ ਅੰਦੋਲਨ ਹੋਇਆ, ਮਰ ਜੀਵੜੇ ਤਿਆਰ ਹੋ ਗਏ, ਇੰਨੇ ਨੌਜਵਾਨ ਸਾਡੇ ਖੜਾ ਗਾਫ ਹੋ ਗਏ। ਕਿਸੇ ਨੂੰ ਅੱਤਵਾਦੀ ਕਹਿ ਕੇ ਮਾਰਤਾ, ਕਿਸੇ ਨੂੰ ਪੁਲਿਸ ਦਾ ਇਨਫਾਰਮਰ ਕਹਿ ਕੇ ਮਾਰਤਾ, ਕਿਸੇ ਨੂੰ ਹਿੰਦੂ ਕਹਿ ਕੇ ਮਾਰਤਾ, ਕਿਸੇ ਨੂੰ ਵਿਰੋਧੀ ਕਹਿ ਕੇ ਮਾਰਤਾ। ਮਾਰੇ ਤਾਂ ਪੰਜਾਬੀ ਨੌਜਵਾਨ ਹੀ ਨਾ। ਤੇ ਇੰਨੇ ਨੌਜਵਾਨ ਮਰਵਾਤੇ। ਉਹ ਤਾਂ ਜਾ ਕੇ ਝੋਲੀ 'ਚ ਬਹਿ ਗਿਆ ਬੀਜੇਪੀ ਦੇ, ਉਹ ਤਾਂ ਹਾੜੇ ਕੱਢਦਾ ਫਿਰਦਾ ਬੀਜੇਪੀ ਦੇ। ਜਿਹੜੇ ਅਕਾਲੀ ਦਲ ਨੇ ਪਿਛਲੇ 30 ਸਾਲਾਂ 'ਚ ਪੱਠੀ 'ਚ ਝੋਕ ਕੇ ਪੰਜਾਬ ਨੂੰ ਬਾਹਰਲੇ ਸਿੱਖਾਂ ਦਾ ਕਤਲੇਆਮ ਕਰਵਾ ਕੇ, ਪਿਛਲੇ 30 ਸਾਲਾਂ 'ਚ ਇੱਕ ਦਿਨ ਵੀ ਇਹਨਾਂ ਨੇ ਮੰਗਿਆ ਵੀ ਅਸੀਂ ਆਨੰਦਪੁਰ ਦੇ ਮੱਤੇ 'ਤੇ ਖੜ੍ਹੇ ਹਾਂ? ਇੱਕ ਦਿਨ ਵੀ ਇਹ ਕਹਿਣ ਵੀ ਅਸੀਂ ਆਨੰਦਪੁਰ ਦੇ ਮੱਤੇ ਦੀ ਗੱਲ ਕਰਦੇ ਹਾਂ। ਸੋ ਜੇ ਇਹਨਾਂ ਨੇ ਆਪ ਹੀ ਨਹੀਂ ਕਰਨੀ, ਹੁਣ ਪੰਜਾਬ 'ਚ ਕਿਹੜੀ ਪਾਰਟੀ ਹੈ ਜਿਹੜੀ ਵੱਧ ਅਧਿਕਾਰਾਂ ਦੀ ਗੱਲ ਕਰਦੀ ਹੈ? ਆਪ ਪਾਰਟੀ ਨੇ ਤਾਂ ਕਰਨੇ ਨਹੀਂ, ਨਾ ਕਾਂਗਰਸ ਨੇ ਕਰਨੇ ਨੇ, ਨਾ ਬੀਜੇਪੀ ਨੇ ਕਰਨਾ। ਕਰਨਾ ਤਾਂ ਅਕਾਲੀ ਨਹੀਂ ਸੀ, ਅਕਾਲੀ ਬੀਜੇਪੀ ਦੇ ਨਾਲ ਰਲ ਗਏ। ਤੇ ਫਿਰ ਤਾਂ ਹੁਣ ਕੋਈ ਹੋਰ ਹੀ ਉੱਠੂਗਾ। ਉਹਦਾ ਹੱਲ ਖਾਲਿਸਤਾਨ ਕਹਿਣਾ ਨਹੀਂ ਹੈ। ਖਾਲਿਸਤਾਨ ਕਹਿ ਕੇ ਉਹ ਤਾਂ ਚਾਹੁੰਦੇ ਨਹੀਂ ਵੀ ਤੁਸੀਂ ਖਾਲਿਸਤਾਨ ਦੇ ਰੌਲੇ ਪਾਓ, ਤਲਵਾਰਾਂ ਲੈ ਕੇ ਜਲੂਸ ਕੱਢੋ ਤਾਂ ਕਿ ਅਸੀਂ ਤੁਹਾਨੂੰ ਕੁੱਟ ਦਈਏ। ਸਿੱਖੋ, ਗੁਰਦੁਆਰਾ ਸੁਧਾਰ ਲਹਿਰ 'ਚੋਂ ਸਿੱਖੋ। ਗੁਰਦੁਆਰਾ ਸੁਧਾਰ ਲਹਿਰ ਨੇ ਅੰਗਰੇਜ਼ ਨੂੰ ਝੁਕਾ ਲਿਆ ਸੀ। ਔਰ ਉਸ ਲਹਿਰ ਦੇ ਵਿੱਚ ਪੰਜਾ ਸਾਹਿਬ ਦਾ ਮੋਰਚਾ, ਹਸਨ ਅਬਦਾਲ ਦਾ ਮੋਰਚਾ ਜਦ ਤੁਸੀਂ ਦੇਖੋਗੇ ਤਾਂ ਉਸ ਮੋਰਚੇ ਦੇ ਵਿੱਚ ਜਿਹੜੇ ਲੀਡਰ ਸੀ ਉਹ ਦੋ ਨੌਜਵਾਨ ਸੀ, ਇੱਕ 23 ਸਾਲ ਦਾ, ਇੱਕ 33 ਸਾਲ ਦਾ। ਦੋਨੇ ਸ਼ਹੀਦ ਹੋਏ ਗੱਡੀ ਥੱਲੇ, ਪਰ ਗੱਡੀ ਰੋਕਣੀ ਪਈ। ਸੰਗਤਾਂ ਨੂੰ ਲੰਗਰ ਛਕਾਇਆ ਗਿਆ। ਬਿਲਕੁਲ ਉਹ ਵੀ ਸੀਗੇ। ਔਰ ਜਿਹੜੇ 23 ਸਾਲ ਦਾ ਨੌਜਵਾਨ ਸੀ ਉਹ ਦੂਸਰੇ ਦਿਨ ਸ਼ਹੀਦ ਹੁੰਦਾ। ਉਹਦਾ ਤਾਜ਼ਾ ਵਿਆਹ ਹੋਇਆ ਸੀ। ਉਹ ਆਪਣੀ ਪਤਨੀ ਨੂੰ ਕਹਿੰਦਾ ਰੋਣਾ ਨਹੀਂ ਮੇਰੇ ਸ਼ਹੀਦ ਹੋਣ 'ਤੇ। ਕੀ ਕਹਿੰਦੇ ਨੇ? ਕਬੀਰ ਸਾਹਿਬ ਦਾ ਸਲੋਕ ਬੋਲਦੇ ਨੇ, ਗੁਰਮੁਖ ਸੀਗੇ। ਸੰਤ ਮੂਏ ਕਹਿ ਰੋਈਏ ਜੋ ਆਪਣੇ ਗ੍ਰਹਿ ਜਾਏ, ਰੋਵੋ ਸਖਤ ਬਾਪੜੇ ਜੋ ਹਾਟੇ ਹੱਟ ਵਿਕਾਏ। ਜਿਹੜੇ ਸਖਤ ਨੇ ਉਹਨਾਂ ਬਾਰੇ ਰੋਵੋ, ਉਹ ਹੱਟ 'ਤੇ ਗਲੀ 'ਚ ਵਿਕਦੇ ਨੇ। ਸੰਤ ਤਾਂ ਆਪਣੇ ਘਰ ਜਾ ਲਗਾਏ। ਇਹ ਸੀ ਜਿੱਦਾਂ ਪਹਿਲਾਂ ਧਾਰੋਵਾਲੀ ਜੀ, ਦਸ਼ਮ ਸਿੰਘ ਧਾਰੋਵਾਲੀ ਜੱਸਾ ਲੈ ਕੇ ਗਏ, ਜੰਡ ਨਾਲ ਬੰਨ੍ਹ ਕੇ ਸਾੜਤਾ ਉਹਨਾਂ ਨੂੰ। ਇੱਕ ਬੱਚਾ ਸੀ ਮੰਜੀ ਸਾਹਿਬ ਦੇ ਥੱਲੇ, ਉਹਨੂੰ ਕੱਢ ਕੇ ਮਾਰਤਾ। 200 ਬੰਦੇ ਦਾ ਕਤਲ ਕਰਤਾ ਨਰੈਣੇ ਮਹੰਤ ਨੇ। ਪਰ ਉਹ ਸ਼ਾਂਤਮਈ ਰਹੇ। ਇਹ ਨਹੀਂ ਵੀ ਉਹ ਹਥਿਆਰ ਨਹੀਂ ਚਲਾ ਸਕਦੇ ਸੀ ਜਾਂ ਉਹਨਾਂ ਕੋਲ ਹਥਿਆਰ ਨਹੀਂ ਸੀਗੇ, ਪਰ ਸ਼ਾਂਤਮਈ ਰਹਿਣ ਦਾ ਫੈਸਲਾ ਸੀ ਗੁਰੂ ਦੀ। ਅਸੀਂ ਅਰਦਾਸ ਕਰੀ ਹੋਈ, ਅਸੀਂ ਸ਼ਾਂਤਮਈ ਰਹਾਂਗੇ। ਦੂਜੇ ਦਿਨ ਜਦ ਜਥੇਦਾਰ ਕਰਤਾਰ ਸਿੰਘ ਝੱਬਰ 2200 ਬੰਦੇ ਦਾ ਜੱਸਾ ਲੈ ਕੇ ਪਹੁੰਚਿਆ, ਰੇਲਵੇ ਫਾਟਕ ਦੇ ਉੱਤੇ ਹੀ ਅੰਗਰੇਜ਼ ਕਮਿਸ਼ਨਰ ਨੂੰ ਆ ਕੇ ਚਾਬੀਆਂ ਦੇਣੀਆਂ ਪਈਆਂ। ਪਹਿਲਾਂ ਉੱਥੇ ਵੀ ਕਈ ਟੋਡੀ ਸਿੱਖ ਵੀ ਸੀਗੇ ਵਿੱਚ,
ਦੂਜੇ ਪਾਸੇ ਉਹ ਆ ਕੇ ਕਹੇ ਨਹੀਂ ਤੋਪਾਂ ਬੀੜੀਆਂ ਹੋਈਆਂ ਨੇ, ਮਰਵਾਣਾ ਦਿਓ ਜਾਂ ਸਾਰੀ ਸੰਗਤ ਨੂੰ। ਉਹ ਕਹਿੰਦੇ ਕੋਈ ਗੱਲ ਨਹੀਂ, ਦੇਖੀ ਜਾਓ। 3500 ਦਾ ਜਥਾ ਸੀ। ਜਥੇਦਾਰ ਕਰਤਾਰ ਸਿੰਘ ਝੱਬਰ ਨੇ ਆਖਿਆ ਵੀ 1300 ਬੰਦਾ ਪਿੱਛੇ ਰਹਿ ਜਾਓ, 2200 ਅੱਗੇ ਆਓ। ਉੱਥੇ ਪੈ ਗਿਆ ਚੱਕਰ ਵੀ ਸਾਰੀ ਜਾਵਾਂਗੇ। ਫਿਰ ਉਹਨਾਂ ਨੇ ਆਖਿਆ ਵੀ ਕੋਈ ਨਹੀਂ, ਉਹਨਾਂ ਨੇ ਫਿਰ ਫੈਸਲਾ ਕਰਿਆ ਵੀ ਨਹੀਂ ਆਪਾਂ 2200 ਬੰਦੇ ਅੱਗੇ ਜਾਣਾ ਹੈ। ਪਰ ਸਾਰਿਆਂ ਨੂੰ ਪਤਾ ਗੋਲੀ ਚੱਲਣੀ ਹੈ। ਅੱਜ ਜੈਤੋ ਦੇ ਮੋਰਚੇ ਦੇ ਉੱਤੇ ਗੋਲੀ ਚੱਲ ਰਹੀ ਸੀ ਸਾਹਮਣੇ, ਬੰਦੇ ਸ਼ਹੀਦ ਹੋ ਰਹੇ ਸੀ, ਰੋਜ਼ ਚੱਲਦਾ ਰਿਹਾ ਮੋਰਚਾ, ਫਿਰ ਜਿੱਤਿਆ ਨਹੀਂ। ਸੋ ਅੱਜ ਸ਼ਾਂਤਮਈ ਸਟਰਗਲ ਦੀ ਲੋੜ ਹੈ ਪੰਜਾਬ ਨੂੰ ਕਿ ਅਸੀਂ ਆਪਦਾ ਹੱਕ ਲੈ ਕੇ ਛੱਡਾਂਗੇ। ਅਸੀਂ ਕੋਈ ਕਿਸੇ ਤੋਂ ਖਰਾਇਤ ਨਹੀਂ ਮੰਗ ਰਹੇ, ਸਾਡਾ ਹੱਕ ਹੈ। ਇੱਕ ਮੁੰਡਾ ਆਪਦੇ ਬਾਪ ਤੋਂ, ਕੋਈ ਕੁੜੀ ਆਪਦੇ ਬਾਪ ਤੋਂ ਜ਼ਮੀਨ ਮੰਗਦੀ ਹੈ, ਕੋਈ ਬੱਚਾ, ਤੇ ਉਹ ਖਰਾਇਤ ਮੰਗ ਰਿਹਾ ਹੈ। ਜ਼ਮੀਨ ਤਾਂ ਪੁੱਛਦਾਂ ਦੀ ਹੈ, ਉਹਦਾ ਹਿੱਸਾ ਉਹਨੂੰ ਮਿਲਣਾ ਚਾਹੀਦਾ। ਜੋ ਉਹਦੇ ਨਾਲ ਧੱਕਾ ਹੋ ਰਿਹਾ, ਜੇ ਤੁਸੀਂ ਉਹ ਜਵਾਕ ਨੂੰ ਕੱਪੜੇ ਹੀ ਨਹੀਂ ਲੱਗੇ ਦੇਣੇ, ਫਿਰ ਮੰਗੂ ਕਿਉਂ ਨਹੀਂ ਆਪਦਾ ਹਿੱਸਾ? ਸੋ ਹਿੱਸਾ ਮੰਗਣਾ ਕੋਈ ਮਾੜੀ ਗੱਲ ਨਹੀਂ ਹੈ, ਪਰ ਹਿੱਸੇ ਮੰਗਣ ਦਾ ਤੌਰ ਤਰੀਕਾ ਹੈ। ਜੇ ਤੌਰ ਤਰੀਕਾ ਅੱਜ ਭਾਰਤੀ ਸਟੇਟ ਇੰਨੀ ਕਮਜ਼ੋਰ ਨਹੀਂ ਜਿਹੜਾ ਕੋਈ ਸੋਚੇ, ਇਹ ਤਾਂ ਭਾਰਤੀ ਸਟੇਟ ਦੀ ਚਾਲ ਹੈ। ਬਲਕਿ ਉਹ ਚਾਹੁੰਦੀ ਹੈ ਵੀ ਜਿਹੜਾ ਵੀ ਕੋਈ ਇਹੋ ਜਿਹਾ ਕਰਦਾ ਉਹ ਜਾ ਕੇ ਹਥਿਆਰ ਠੂਠਾ ਜੀ ਕਰ ਦੇਵੇ ਤਾਂ ਕਿ ਸਾਨੂੰ ਮਾਰਨ ਦਾ ਮੌਕਾ ਮਿਲ ਜੇ। ਆ ਕਿਸਾਨ ਅੰਦੋਲਨ 'ਚ ਭਾਰਤੀ ਸਟੇਟ ਨੇ ਆਪ ਕੋਸ਼ਿਸ਼ ਕਰੀ, ਸਰਕਾਰ ਨੇ, ਵੀ ਉੱਥੇ ਗੁੰਡੇ ਭੇਜ ਦਿਓ, ਬਦਮਾਸ਼ ਭੇਜ ਦਿਓ, ਬੰਦਾ ਮਰਵਾ ਕੇ ਟੰਗਤਾ। ਸਿੱਖੀ 'ਚ ਕਦੇ ਸੁਣਿਆ ਤੁਸੀਂ ਵੀ ਆਦਮ ਮਰਵਾਇਆ ਕਰਕੇ ਬੰਦੇ ਨੂੰ ਟੰਗਿਆ ਜਾ ਸਕਦਾ? ਮੈਂ ਨਹੀਂ ਸੁਣਿਆ ਸਿੱਖੀ 'ਚ। ਸਿੱਖੀ ਤਾਂ ਬਹੁਤ ਉੱਚੀ ਹੈ, ਬਹੁਤ ਉੱਚਾ ਇਨਸਾਨੀਅਤ ਹੈ, ਉੱਚੀ ਰੂਹਾਨੀਅਤ ਹੈ। ਸਿੱਖੀ 'ਚ ਕੰਮ ਨਹੀਂ ਹੁੰਦੇ। ਨਹੀਂ ਚਲੋ ਇੱਧਰ ਨੂੰ ਵੈਸੇ ਅੱਜ ਦਾ ਵਿਸ਼ਾ ਸਾਡਾ ਇਹ ਨਹੀਂ ਹੈਗਾ ਆ। ਵੈਸੇ ਇਹਦੇ ਵਿੱਚ ਦੇਖਿਆ ਜਾਵੇ ਇਤਿਹਾਸ ਦੀ ਗੱਲ ਕਰੀਏ, ਮੈਂ ਬਿਲਕੁਲ ਇਤਿਹਾਸ 'ਚ ਪਿਆ ਆ। ਚਲੋ ਹੈਗਾ ਆ, ਇਤਿਹਾਸ ਦੇ ਵਿੱਚ ਬਹੁਤ ਵੱਡਾ ਇਤਿਹਾਸ ਸਿੱਖਾਂ ਦਾ ਹੈਗਾ, ਜਿਹਦੇ ਵਿੱਚ ਜੰਗਾਂ ਵੀ ਹੋਈਆਂ, ਬਹੁਤ ਕੁਝ ਹੋਇਆ ਆ। ਜੇ ਆਪਾਂ ਉਧਰਲੇ ਪਾਸੇ ਨੂੰ ਨਾ ਜਾਈਏ ਫਿਲਹਾਲ, ਕਿਉਂਕਿ ਇਹ ਵਿਸ਼ਾ ਅਲੱਗ ਆ ਜੀ, ਹੈ ਨਾ। ਤੇ ਅੱਗੇ ਆਪਾਂ ਗੱਲ ਕਰ ਲਈਏ, ਜੇ ਆਉਣ ਵਾਲੇ ਸਮੇਂ ਦੀ ਗੱਲ ਕਰ ਲਈਏ ਕਿ ਅੱਜ 75 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਇਹ ਦੇਸ਼ ਆਜ਼ਾਦ ਹੋਏ ਨੂੰ। ਆਉਣ ਵਾਲੇ 20-25 ਸਾਲਾਂ ਬਾਅਦ ਦੇਖ ਲਈਏ ਤਾਂ ਕੀ ਜਿਹੜਾ ਫਿਊਚਰ ਉਹ ਭਾਰਤ ਦਾ ਜਿਹੜਾ ਦਿਖ ਰਿਹਾ ਇਸ ਟਾਈਮ? ਦੇਖੋ ਭਾਰਤ ਦਾ ਫਿਊਚਰ ਕੀ ਹੈ? ਭਾਰਤ ਦਾ ਫਿਊਚਰ ਵੇਚਣ ਤੇ ਤੁਰਿਆ ਹੋਇਆ ਭਾਰਤ ਨੂੰ। ਆ ਜਿਹੜੀ G20 ਦੀ ਆਪਾਂ ਗੱਲ ਦੇ ਉੱਤੇ ਮੁੜ ਕੇ ਆਉਂਦੇ ਹਾਂ, ਉੱਥੋਂ ਹੀ ਇਹ ਗੱਲ ਨਿਕਲੀ ਸੀ ਵੀ ਪੰਜਾਬ ਨਾਲ ਕੀ ਹੋ ਰਿਹਾ। ਅਸਲ 'ਚ ਇਹ ਜਾਣ ਜੋੜਨੀ ਜ਼ਰੂਰੀ ਹੁੰਦੀ ਹੈ। ਜੇ ਤੁਸੀਂ ਤੋੜ ਕੇ ਦੇਖੋਗੇ ਗੱਲਾਂ ਨੂੰ ਤਾਂ ਗੜਬੜ ਹੋਏਗੀ। ਇਹ ਅੱਤਵਾਦ ਦਾ, ਵੱਖਵਾਦ ਦਾ ਵਿਸ਼ਾ G20 'ਚ ਆਇਆ। ਮੈਂ ਤਾਂ ਐਕਸਪਲੇਨ ਕਰਿਆ ਕਿਉਂਕਿ ਉਹ ਕਹਿੰਦੇ ਵੀ ਖਾਲਿਸਤਾਨੀ ਕੌਣ ਨੇ? ਸਿੱਖਾਂ ਨੂੰ ਹੀ ਕਹਿ ਰਹੇ ਨਾ। ਫਿਰ ਦੱਸਣਾ ਪਊਗਾ ਇੱਥੇ ਵੀ ਜਿਹੜਾ ਉੱਥੇ ਪਾਸ ਕਰਵਾਇਆ ਉਹ ਗਲਤ ਹੈ, ਉਹ ਠੀਕ ਨਹੀਂ ਹੈ। ਸਿੱਖ ਐਸੇ ਨਹੀਂ ਹੈਗੇ, ਕਿਉਂਕਿ ਸਿੱਖਾਂ ਦੇ ਇਤਿਹਾਸ ਖੜਾ ਸਾਡੇ ਸਾਹਮਣੇ। ਜੇ ਉਹ ਨਹੀਂ ਦੱਸ ਦਿੱਤਾ ਫਿਰ ਉਹ ਪਾਸ ਹੋਇਆ, ਠੀਕ ਹੋ ਗਿਆ ਜੀ। ਫਿਰ ਤਾਂ ਹੋ ਗਿਆ ਵੀ ਹਾਂ ਜੀ ਪਾਕਿਸਤਾਨ ਹਥਿਆਰ ਦੇ ਰਿਹਾ, ਇੱਥੇ ਖਾਲਿਸਤਾਨ ਬਣਾਉਣ ਨੂੰ ਫਿਰਦੇ ਨੇ, ਦੇਸ਼ ਨੂੰ ਤੋੜਨ ਨੂੰ ਫਿਰਦੇ ਨੇ। ਇਹ ਉਹ ਪਾਸ ਹੋਇਆ ਉੱਥੇ। ਪੜ੍ਹ ਲਓ ਤੁਸੀਂ ਅਖਬਾਰ 'ਚੋਂ, ਪੂਰੀ ਵਾਰਤਾ ਆਈ ਹੈ। ਬਿਲਕੁਲ। ਤੇ ਫਿਰ ਇਹ G20 ਨਾਲ ਜੁੜਿਆ ਹੋਇਆ। ਮੈਂ ਸਿੱਖੀ ਦਾ ਤਾਂ ਬਹੁਤ ਵੱਡਾ ਇਤਿਹਾਸ ਹੈ, ਉਹ 'ਚ ਨਹੀਂ ਮੈਂ ਜਾ ਰਿਹਾ। ਮੈਂ ਸਿਰਫ ਇੰਨੀ ਗੱਲ ਦੇ ਉੱਤੇ ਕਰ ਰਿਹਾ ਸੀ ਵੀ ਗਲਤ ਪਾਸ ਕਰਵਾਇਆ ਗਿਆ ਇਹ ਕਹਿ ਕੇ, ਕਿਉਂਕਿ ਮੋਦੀ ਸਾਹਿਬ ਨੇ ਖੁਸ਼ ਹੋਣਾ ਸੀ ਵੀ ਇਹ ਖਾਲਿਸਤਾਨੀ ਨੇ। ਮੈਂ ਤਾਂ ਰੋਜ਼ ਕਹਿਣਾ, ਜੇ ਸਦਨ ਦੇ ਵਿੱਚ ਮੋਦੀ ਸਾਹਿਬ ਕਹਿੰਦੇ ਨੇ ਕਿਸਾਨਾਂ ਦੇ ਉਸ ਵੇਲੇ ਕਿ ਜਿੱਥੇ ਤਾਂ ਖਾਲਿਸਤਾਨੀ ਆ ਗਏ। ਸੋ ਹਰੇਕ ਨੂੰ ਖਾਲਿਸਤਾਨੀ ਕਹਿਣਾ ਬੜਾ ਸੌਖਾ ਕੰਮ ਹੈ, ਤੇ ਉਹ ਕਹਿ ਕੇ ਤੁਸੀਂ ਆਪੇ। ਹੁਣ ਜਿਹੜਾ ਹੈਗਾ G20 ਦੀ ਗੱਲ, ਭਾਰਤ ਦੀ ਗੱਲ ਅਸੀਂ ਕਹਿੰਦੇ ਹਾਂ। ਭਾਰਤ ਦੇ ਵਿੱਚ ਕੀ ਆ? ਭਾਰਤ 'ਚ ਫੇਰ ਬਾਕੀ ਗੱਲਾਂ ਨੂੰ ਜੇ ਆਪਾਂ ਥੋੜ੍ਹੇ ਸਮੇਂ ਵਾਸਤੇ ਛੱਡ ਵੀ ਦਈਏ, ਇੱਥੇ WTO ਜੋ ਚਾਹੁੰਦੀ ਸੀ ਉਹ ਹੋ ਗਿਆ, ਉਹਨਾਂ ਤੋਂ ਖੁਸ਼ੀ ਨੇ। ਉਹ ਤਾਂ ਜੋ ਵਰਲਡ ਹੈਲਥ ਆਰਗੇਨਾਈਜੇਸ਼ਨ ਚਾਹੁੰਦੀ ਸੀ ਉਹ ਹੋ ਗਿਆ, ਸੰਸਾਰ ਸਿਹਤ ਸੰਸਥਾ। ਪੰਜਾਬ ਦੇ ਵਿੱਚ ਹਾਈਵੇ ਵੱਡੇ ਕਹਿੰਦੇ ਜੀ ਅਸੀਂ ਜੋੜ ਦੇਣਾ ਹੈ ਪੂਰੀ ਦੁਨੀਆ ਨੂੰ। ਜੋੜਨਾ ਕਿੱਥੋਂ ਦੀ ਹੈ? ਪੰਜਾਬ ਦੇ ਵਿੱਚੋਂ ਦੀ। ਲੈਂਡ ਰੂਟ, ਸੜਕਾਂ ਰਾਹੀਂ ਵੀ, ਰੇਲ ਰਾਹੀਂ ਵੀ, ਤੇ ਦੂਜਾ ਪਾਣੀ ਰਾਹੀਂ ਵੀ, ਸਮੁੰਦਰੀ ਰੂਟ ਵੀ। ਕਹਿੰਦੇ ਅਸੀਂ ਇੱਧਰ ਦੀ ਜੋੜ ਦੇਣਾ, ਪਾਕਿਸਤਾਨ ਅਫਗਾਨਿਸਤਾਨ ਦੇ ਵਿੱਚੋਂ ਦੀ ਹੁੰਦੇ ਹੋਏ ਅਸੀਂ ਅੱਗੇ ਜਾਂਦੇ ਹੋਏ ਪੂਰੇ ਅਸੀਂ ਮੱਧ ਏਸ਼ੀਆ ਦੇ ਵਿੱਚੋਂ ਹੋ ਕੇ, ਮਤਲਬ ਮਿਡਲ ਈਸਟ ਦੇ ਵਿੱਚ, ਮੱਧ ਪੂਰਬ ਦੇ ਵਿੱਚੋਂ ਹੁੰਦੇ ਹੋਏ ਅਸੀਂ ਇੰਗਲੈਂਡ, ਅਮਰੀਕਾ, ਜਰਮਨੀ, ਫਰਾਂਸ ਸਾਰਿਆਂ ਤੱਕ ਪਹੁੰਚ ਜਾਣਾ। ਇਹ ਜਿਹੜੀਆਂ ਸਾਰੀਆਂ ਸੜਕਾਂ ਬਣਨੀਆਂ ਨੇ, ਇਹ ਬਣਨੀਆਂ ਕਾਹਦੇ ਵਾਸਤੇ ਨੇ? ਅੱਡੇ ਅੱਡੇ ਹਾਈਵੇ ਕਾਹਦੇ ਵਾਸਤੇ ਬਣਨੇ ਨੇ? ਜ਼ਮੀਨ ਸਾਡੀ ਅਕਵਾਇਰ ਹੋਣੀ ਹੈ ਅਤੇ ਮਾਲ ਅੰਬਾਨੀ ਅਡਾਨੀ ਦਾ ਜਾਣਾ। ਇਸ ਗੱਲ ਵਾਸਤੇ ਪੰਜਾਬ ਦੀ ਪੂਰੀ 'ਚ ਇਕੱਠ ਹੈ ਇਹ। ਅਤੇ ਦੂਜਾ ਇਹਦੇ ਵਿੱਚ ਇਹ ਕਹਿਤਾ ਜੀ ਪਰਿਆਵਰਨ ਦਾ ਅਸੀਂ ਧਿਆਨ ਰੱਖਾਂਗੇ। ਤੁਸੀਂ ਹੜ੍ਹਾਂ ਦੀ ਗੱਲ ਕਰੀ ਸੀ, ਇਹ ਜੁੜੀਆਂ ਹੋਈਆਂ ਨੇ ਗੱਲਾਂ। ਪੰਜਾਬ ਦੇ ਹੜ੍ਹ ਕੱਢੇ ਹੜ੍ਹ ਨਹੀਂ ਆਏ, ਹਿਮਾਚਲ 'ਚ ਨਹੀਂ ਹੜ੍ਹ ਆਏ, ਬਿਲਕੁਲ ਜੀ, ਹਰਿਆਣੇ 'ਚ ਨਹੀਂ ਆਏ। ਸੋ ਹੜ੍ਹਾਂ ਦੀ ਗੱਲ, ਜਿਹੜੇ ਹੜ੍ਹ ਆ ਰਹੇ ਨੇ ਪਰਿਆਵਰਨ ਦੀ ਤਬਦੀਲੀ ਹੈ। ਗੱਲ ਮਾਰਤੀ ਉਹਦੇ 'ਚ, ਹਾਂ ਅਸੀਂ ਪਰਿਆਵਰਨ ਦੀ ਤਬਦੀਲੀ ਬਾਰੇ ਬੜੇ ਚੇਤਨਾ। ਇਹ ਕਹਿਣ ਨਾਲ ਤਾਂ ਕੋਈ ਫਰਕ ਨਹੀਂ ਪੈਂਦਾ। ਇਹ ਤਾਂ ਸਾਰੇ ਕਹਿੰਦੇ ਅਸੀਂ ਬੜੀ ਚੇਤਨਾ ਜੀ, ਅਸੀਂ ਲੋਕਾਂ ਬਾਰੇ ਬੜੀ ਚੇਤਨਾ ਜੀ। ਫਿਰ ਇਹ ਵੀ ਕਹਤਾ ਵੀ ਸਾਨੂੰ ਪਤਾ ਹੈ ਕਿ ਕੋਲੇ ਦਾ ਬੜਾ ਨੁਕਸਾਨ ਹੈ ਵਰਤਣ ਦਾ, ਪਰ ਕਿਸੇ ਨੇ ਕਿਹਾ ਵੀ ਕੋਲੇ ਦਾ ਉਤਪਾਦਨ ਘਟਾਵਾਂਗੇ। ਉਹਦਾ ਫੈਸਲਾ ਨਹੀਂ ਕਰਿਆ। ਉਹ ਕਹੀ ਜੋ ਹਾਂ ਬੜਾ ਮਾੜਾ ਹੈ, ਬੜਾ ਮਾੜਾ ਹੈ। ਆ ਕਈ ਡਾਕਟਰ ਕਹੀ ਜਾਂਦੇ ਹਾਂ ਸਿਗਰਟਾਂ ਪੀਣੀਆਂ ਬੜੀਆਂ ਮਾਰੀਆਂ ਨੇ, ਆਪ ਹੀ ਜਾਂਦੇ ਨੇ, ਆਪ ਚੇਨ ਸਮੋਕਰ ਨੇ। ਸੋ ਇਸ ਕਰਕੇ ਉਹਦੇ ਵਿੱਚ ਜਿਹੜਾ ਪਰਿਆਵਰਨ ਬਾਰੇ ਹੋਇਆ,
ਉਹ ਕੋਈ ਦੁਨੀਆ 'ਚ ਉਹ ਗ੍ਰੇਟਾ ਥਨਬਰਗ ਵਿਚਾਰੀ ਬੋਲਦੀ ਰਹਿ ਗਈ ਤੇ ਉਹ ਪਰਿਆਵਰਨ ਬਾਰੇ ਵੀ ਕੋਈ ਖਾਸ ਗੱਲ ਨਹੀਂ ਹੋਈ। ਉਂਝ ਕਹਿਤਾ ਵੀ ਅਸੀਂ ਚੇਤਨਾ, ਉਹਦੇ ਵਿੱਚ ਇਹ ਵੀ ਕਹਿ ਦਿੱਤਾ ਕਿ ਜੀ ਅਸੀਂ ਜਿਹੜਾ ਹੈ ਇੱਥੇ ਜਾਤ ਪਾਤ ਦੇ ਨਾਂ 'ਤੇ ਕੋਈ ਫਰਕ ਨਹੀਂ ਕਰਨਾ, ਬੜੀ ਡਟ ਕੇ ਕਿਹਾ। ਪਰ ਫਰਕ ਤੁਸੀਂ ਆਪ ਹੀ ਗਿਣਤੇ ਜਿਹੜੇ ਹੋਏ ਨੇ, ਆ ਹੁਣੀ ਹੋਏ ਨੇ ਤਾਜੇ। ਜੇ ਤੁਸੀਂ ਕਹਿੰਦੇ ਹੋ ਫਰਕ ਨਹੀਂ ਕਰਨਾ ਤਾਂ ਕਿਤੇ ਇਹ ਤਾਂ ਆਉਂਦਾ ਵੀ ਤੁਹਾਡੇ ਫਰਕ ਬਹੁਤ ਹੋ ਰਿਹਾ ਹੈ। ਤੁਸੀਂ ਕਹੋ ਵੀ ਹੁਣ ਤੱਕ ਜੋ ਹੋ ਗਿਆ, ਅੱਗੇ ਨਹੀਂ ਕਰਾਂਗੇ ਜੀ। ਇਹ ਵੀ ਨਹੀਂ ਕਿਹਾ ਫਰਕ ਨਹੀਂ ਕਰਨੇ ਤਾਂ ਹਰੇਕ ਹੀ ਕਹਿੰਦਾ। ਇਹ ਤਾਂ ਸਾਡਾ ਸੰਵਿਧਾਨ ਕਹਿੰਦਾ ਫਰਕ ਨਹੀਂ ਕਰਿਆ ਜਾ ਸਕਦਾ। ਜੇ ਫਰਜ਼ ਕਰੋ ਅੱਜ ਕੋਈ ਸਰਕਾਰੀ ਅਧਿਕਾਰੀ ਇਹ ਲਿਖਦੇ ਵੇ ਵੀ ਮੈਂ ਇਹ ਬੱਚੇ ਨੂੰ ਇਸ ਕਰਕੇ ਸਜ਼ਾ ਦਿਆਂ ਵੀ ਇਹ ਹਿੰਦੂ, ਸਿੱਖ ਜਾਂ ਮੁਸਲਮਾਨ ਜਾਂ ਈਸਾਈ ਹੈ ਜਾਂ ਇਹ ਦਲਿਤ ਹੈ, ਤਾਂ ਸਜ਼ਾ ਦਾ ਆਪ ਭਾਗੀ ਬਣ ਜੂਗਾ। ਉਹ ਲਿਖੋ ਇਹ ਦੋਸ਼ੀ ਹੈ, ਧਰਮ ਦੇ ਨਾਂ 'ਤੇ ਨਹੀਂ ਰਹੇਗਾ। ਸੋ ਇਸ ਕਰਕੇ ਇਹ ਜਿਹੜਾ G20 ਹੋਇਆ ਇਹਦੇ ਵਿੱਚ ਪੰਜਾਬ ਦੀ ਭੂਰੀ 'ਚ ਵੱਡਾ ਇਕੱਠ ਹੈ। ਉਹ ਇਹ ਇੱਕ ਤਾਂ ਇਹਦੇ 'ਚ ਟੇਢੇ ਤਰੀਕੇ ਨਾਲ ਪੰਜਾਬ ਨੂੰ ਅੱਤਵਾਦੀ ਕਿਸਮ ਦਾ ਕਹਿਤਾ। ਪੜ੍ਹ ਲਿਓ ਤੁਸੀਂ ਉਹ ਜਿਹੜਾ ਸਾਰਾ ਲਿਖਿਆ, ਕਿਉਂਕਿ ਉਹਦੇ ਜੰਮੂ ਕਸ਼ਮੀਰ ਤੇ ਪੰਜਾਬ ਦਾ ਨਾਮ ਲਿਖਿਆ ਵਿੱਚ। ਜੇ ਜਦ ਜੰਮੂ ਕਸ਼ਮੀਰ 'ਚ ਜੋ ਅਖਬਾਰਾਂ 'ਚ ਆਇਆ, ਹੁਣ ਜੇ ਤਾਂ ਮਸੌਦਾ ਜੋ ਅਖਬਾਰਾਂ 'ਚ ਆਇਆ ਜਾਂ ਤਾਂ ਅਖਬਾਰਾਂ 'ਚ ਗਲਤ ਲਿਖਿਆ ਆਪਾਂ ਮੰਨ ਲਓ, ਜੇ ਕਿਉਂਕਿ ਅਖਬਾਰਾਂ ਨੇ ਠੀਕ ਲਿਖਿਆ, ਕੌਮੇ ਪਾ ਕੇ ਲਿਖਿਆ ਵੀ ਉੱਥੇ ਆ ਪਾਸ ਹੋਇਆ, ਜਿਹੜਾ ਪਾਸ ਹੋਇਆ ਕੌਮੇ ਪਾ ਕੇ ਲਿਖਿਆ, ਇੰਨੇ ਤਾਂ ਮਤਲਬ ਅਖਬਾਰ ਗੈਰ ਜ਼ਿੰਮੇਵਾਰ ਨਹੀਂ ਨਾ ਹੈਗੇ। ਸੋ ਜੇ ਉਹਦੇ 'ਚ ਕਸ਼ਮੀਰ ਤੇ ਪੰਜਾਬ ਦਾ ਵਿਸ਼ੇਸ਼ ਨਾਂ ਲਿਖਿਆ ਗਿਆ ਹੈ, ਉਹ 'ਚ ਮਣੀਪੁਰ ਦਾ ਨਾਮ ਨਹੀਂ ਲਿਖਿਆ ਗਿਆ। ਮਣੀਪੁਰ 'ਚ ਤਾਂ ਜੋ ਕੁਝ ਹੋ ਰਿਹਾ ਉੱਥੇ ਤਾਂ ਦੋ ਸਮੁਦਾਇ ਸਾਹਮਣੇ ਸਾਹਮਣੇ ਟੱਕਰ, ਰੋਜ਼ ਕਤਲ ਹੋ ਰਹੇ ਨੇ। ਦੋ ਸਟੇਟਾਂ ਨਾਰਥ ਈਸਟ ਦੀਆਂ ਸਟੇਟਾਂ ਆਪਸ ਵਿੱਚ ਉਹਨਾਂ ਦੀ ਪੁਲਿਸ ਇੱਕ ਦੂਜੇ ਨੂੰ ਮਾਰ ਰਹੀ ਹੈ। ਉੱਥੇ ਕੁਛ ਨਹੀਂ ਲਿਖਿਆ। ਪੰਜਾਬ ਤੇ ਜੰਮੂ ਕਸ਼ਮੀਰ ਕਿਉਂ ਲਿਖਿਆ? ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ ਜੀ। ਉਸੇ ਮਸੌਦੇ 'ਚ G20 'ਚ ਸੋ ਸਾਨੂੰ G20 ਨੂੰ ਇਹ ਸਮਝਣਾ ਚਾਹੀਦਾ ਹੈ ਵੀ ਜਿਹੜਾ G20 ਤੇ ਇਹਨਾਂ ਨੇ 27-2800 ਕਰੋੜ ਦਾ, ਕੋਈ ਕਹਿੰਦਾ 3000 ਕਰੋੜ ਦਾ, ਕੋਈ 4000 ਕੁਛ ਕਹਿੰਦਾ, ਥਾਂ ਆਪਣੇ ਕਹਿ ਸਕਦੇ, ਕਿਉਂਕਿ ਸਰਕਾਰ ਕਹਿੰਦਾ ਦੱਸਦੀ ਆ ਕੁਛ, ਕਈਆਂ ਨੇ 5000 ਕਰੋੜ ਵੀ ਕਹਿਤਾ ਸੀ। ਪਰ ਜੇ 2700 ਕਰੋੜ ਦਾ ਵੀ ਮੰਡਪ ਮੰਨ ਲਈ, ਉਹ ਪਾਣੀ 'ਚ ਹੀ ਡੁੱਬ ਗਿਆ, ਅੱਧਾ ਪਾਣੀ ਪੂਣੀ ਆ ਗਿਆ ਉੱਥੇ, ਔਖੇ ਹੋ ਗਏ। ਅੰਦਰ ਪਾਣੀ ਤਾਂ ਆਉਣਾ ਨਹੀਂ ਚਾਹੀਦਾ ਉਸ ਤਰੀਕੇ ਦਾ, ਮੰਡਪ 'ਚ ਤਾਂ ਐਂ ਸਾਫ਼ ਹੋਣਾ ਚਾਹੀਦਾ। ਜੇ ਬਣਾਉਣਾ 2700 ਕਰੋੜ ਖਰਚ ਕੇ ਪਾਣੀ ਨਹੀਂ ਉੱਥੇ ਪ੍ਰਬੰਧ ਠੀਕ ਕਰ ਸਕੇ, ਤਾਂ ਆਪੇ ਹਿਸਾਬ ਲਾ ਲਓ ਵੀ ਦੇਸ਼ ਦਾ ਪ੍ਰਬੰਧ ਕਿਹੋ ਜਿਹਾ ਚਲਾਉਣਗੇ। ਇੱਕ ਮੰਡਪ ਜਿਹਦੇ 'ਚ ਪੂਰੀ ਦੁਨੀਆ ਦੇ 20 ਮੁਲਕ ਆਉਣੇ ਨੇ, ਜਿਹਦੇ ਵਿੱਚ ਪਾਣੀ ਦਾ ਇਸ ਤਰ੍ਹਾਂ ਐਨ ਸੁੱਕਾ ਰਹਿਣਾ ਚਾਹੀਦਾ ਸੀ, ਜਿੰਨਾ ਮਰਜ਼ੀ ਮੀਂਹ ਪੈ ਜੇ। ਜਿਹੜਾ ਉਹ ਛੋਟੀ ਜਿਹੀ ਬਾਰਿਸ਼ ਦੇ ਦਿੱਲੀ ਦੀ ਅੱਧੀ ਰਾਤ 'ਚ ਹੋਈ ਬਾਰਿਸ਼ 2 ਘੰਟਿਆਂ ਦੀ 'ਚ ਜਲ ਥਲ ਹੋ ਗਿਆ, ਤੇ ਉਹਦਾ ਪ੍ਰਬੰਧ ਨਹੀਂ ਇਹਨਾਂ ਨੂੰ ਕਰਨਾ ਆਇਆ, ਤੇ ਬਾਕੀ ਦੇਸ਼ ਦਾ ਪ੍ਰਬੰਧ ਕਿਹੋ ਜਿਹਾ ਕਰਦੇ ਹੋਣਗੇ ਤੁਸੀਂ ਸੁਣ ਲਓ। ਸੋ G20 ਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਹੋਈ ਹੈ, ਸਭ ਤੋਂ ਵੱਡਾ ਗੱਲਾਂ ਸਾਰੀਆਂ ਹੋਈਆਂ ਨੇ ਕਿ ਆਪਾਂ ਆਹ ਵੀ ਕਰਾਂਗੇ, ਆਪਾਂ ਵਪਾਰ ਐਂ ਕਰਾਂਗੇ, ਆਪਾਂ ਹੈਲਥ ਦੇ ਉੱਤੇ ਕਹਿਤਾ ਵੀ ਹੁਣ ਵਰਲਡ ਹੈਲਥ ਆਰਗੇਨਾਈਜੇਸ਼ਨ ਫੈਸਲਾ ਕਰਿਆ ਕਰੂ ਵੀ ਆਹ ਥੱਲੇ ਤੱਕ ਕਰਨਾ ਹੈ। ਯਾਨੀ ਕਿ ਹੁਣ ਕੋਈ ਸੂਬਾ, ਤੁਸੀਂ ਵੱਧ ਅਧਿਕਾਰਾਂ ਦੀ ਗੱਲ ਕਰਦੇ ਹੋ, ਕੋਈ ਸੂਬੇ ਦੇ ਅਧਿਕਾਰ ਨਹੀਂ ਆ ਹੈਲਥ ਦੇ ਮਾਮਲੇ 'ਚ। ਹੁਣ ਸੰਸਾਰ ਸਿਹਤ ਸੰਸਥਾ ਦੱਸੇਗੀ ਵਿੱਚ ਕਰਫਿਊ ਲਾ ਦਿਓ, ਸੰਸਾਰ ਸਿਹਤ ਸੰਸਥਾ ਦੱਸੇਗੀ ਵੀ ਸਭ ਦੇ ਟੀਕੇ ਲਾ ਦਿਓ। ਹੁਣ ਸੰਸਾਰ ਸਿਹਤ ਸੰਸਥਾ ਦੱਸੇਗੀ ਵੀ ਤੁਹਾਡੀ ਆਬਾਦੀ ਬੜੀ ਵੱਧ ਹੈ, ਫੜ ਕੇ ਤੁਸੀਂ ਸਾਰਿਆਂ ਦੀ ਸਟਰਲਾਈਜੇਸ਼ਨ ਕਰ ਦਿਓ। ਇਹ ਸੰਸਾਰ ਸਿਹਤ ਸੰਸਥਾ ਦੱਸੇਗੀ ਹੁਣ, ਤੇ ਉਹ ਮੰਨਣਾ ਪਏਗਾ। ਇਹ ਦਸਤਖਤ ਨੇ, ਇਹ ਤੁਸੀਂ ਆਪੇ ਹਿਸਾਬ ਲਾ ਲਓ ਵੀ ਕਿੰਨੇ ਕੁ ਅਸੀਂ ਦਾਦ। ਸੋ ਸਾਡੀ ਕਿਸੇ ਉਹਨੇ ਕਵੀ ਨੇ ਕਿਹਾ, ਕਹਿ ਦੇਣਾ ਮੌਕੇ ਦੀ ਸਰਕਾਰ ਨੂੰ, ਕਹਿ ਦੇਣਾ ਮੌਕੇ ਦੇ ਹਾਕਮਾਂ ਨੂੰ, ਮੇਰੇ ਦੇਸ਼ ਨੂੰ ਗਹਿਣੇ ਨਾ ਧਰੇ। ਕਹਿ ਦੇਣਾ ਮੌਕੇ ਦੇ ਹਾਕਮਾਂ ਨੂੰ, ਮੇਰੇ ਦੇਸ਼ ਨੂੰ ਗਹਿਣੇ ਨਾ ਧਰੇ। ਇਹ ਕਿਸੇ ਨੇ ਐਵੇਂ ਨਹੀਂ ਕਿਹਾ, ਇਹ ਇਸ ਕਰਕੇ ਕਿਹਾ ਕਿ ਦੇਸ਼ ਨੂੰ ਗਹਿਣੇ ਧਰਿਆ ਜਾ ਰਿਹਾ, ਨੀਤੀਆਂ ਦੇ ਤੌਰ ਦੇ ਉੱਤੇ ਵੀ, ਜਾਇਦਾਦ ਦੇ ਤੌਰ ਦੇ ਉੱਤੇ ਵੀ, ਤੇ ਪ੍ਰਸ਼ਾਸਨ ਦੇ ਤੌਰ ਤੇ ਵੀ। ਇਸ ਕਰਕੇ ਸਾਨੂੰ G20 ਦੇ ਉੱਤੇ, ਠੀਕ ਹੈ, ਮੁਲਕਾਂ ਦਾ ਆਪਸ ਵਿੱਚ ਮੇਲ ਹੋਣਾ ਚਾਹੀਦਾ, ਸਭ ਕੁਛ। ਸਾਰੀ ਦੁਨੀਆ ਦੀ ਤਕਰੀਬਨ ਅੱਧੀ ਆਬਾਦੀ ਵਾਲੇ ਮੁਲਕ ਨੇ ਇਹ 20, ਜਿਨ੍ਹਾਂ ਦੇ ਜੇ ਅਸੀਂ ਇੱਧਰੋਂ ਚੱਲ ਪਈਏ ਕੈਨੇਡਾ, ਅਮਰੀਕਾ, ਇੰਗਲੈਂਡ, ਜਰਮਨੀ ਤੇ ਇਟਲੀ, ਇੱਧਰੋਂ ਜੇ ਆ ਜਾਈਏ ਆਸਟ੍ਰੇਲੀਆ, ਇੱਧਰੋਂ ਆ ਜਾਈਏ ਤਾਂ ਰੂਸ, ਚੀਨ, ਜਾਪਾਨ, ਇੰਡੋਨੇਸ਼ੀਆ, ਭਾਰਤ ਤੇ ਬੰਗਲਾਦੇਸ਼। ਦੂਜੇ ਪਾਸੋਂ ਜਾਈਏ ਦੱਖਣੀ ਅਮਰੀਕਾ ਤੇ ਦੱਖਣੀ ਕੋਰੀਆ। ਫਿਰ ਉਦੋਂ ਅੱਗੇ ਜਾਈਏ ਟਰਕੀ, ਅਰਜਨਟਾਈਨਾ, ਅਰਬ UAE ਕਹਿੰਦੇ ਨੇ ਉਹਨੂੰ, ਯੂਨਾਈਟਿਡ ਅਰਬ ਅਮੀਰਾਤ, ਇਹ ਮੁਲਕ ਨੇ, ਓਮਾਨ, ਇਹ 4 ਮੁਲਕ, ਤੇ ਮਿਸਰ। ਇਹਨਾਂ ਦੇ ਨਾਲ ਇਹ ਸਾਰਾ ਜਿਹੜਾ ਇੱਥੇ ਕੋਲੋਮਲ 20 ਦੇ 20 ਮੁਲਕ ਜਿਹੜੇ ਨੇ, ਇਹ ਪੂਰੀ ਦੁਨੀਆ ਨੂੰ ਆ ਕੇ ਰਕਤ ਲੈਂਦੇ ਨੇ। ਪੂਰੀ ਦੁਨੀਆ 'ਚ ਸਭ ਤੋਂ ਤਾਕਤਵਰ ਮੁਲਕ ਜਿਹੜੇ ਨੇ, ਜੇ ਆਪਾਂ ਦੇਖੀਏ, ਰੂਸ, ਚੀਨ, ਅਮਰੀਕਾ, ਇੰਗਲੈਂਡ, ਫਰਾਂਸ, ਜਰਮਨੀ, ਜਾਪਾਨ ਤੇ ਇਟਲੀ ਤੇ ਇੰਡੀਆ, ਇਹ ਤਕੜੇ ਮੁਲਕ ਨੇ। ਆਸਟ੍ਰੇਲੀਆ, ਇਹ ਤਕੜੇ ਸਾਰੇ ਇਕੱਠੇ ਨੇ ਇਹਦੇ 'ਚ। ਤਕੜੇ ਇਹ ਕਹਿੰਦੇ ਨੇ ਵੀ ਐਂ ਵਪਾਰ ਇਕੱਠਾ ਕਰਕੇ ਉੱਤੇ ਕਾਰਪੋਰੇਟ ਨੂੰ ਦੇ ਦਿਓ, ਦੇਸ਼ੀ ਤੇ ਵਿਦੇਸ਼ੀ ਨੂੰ, ਬਾਕੀ ਥੱਲੇ ਵਾਲੇ ਜੋ ਮਰਜ਼ੀ ਹੋਣ। ਇਹਦਾ ਗੱਲ ਤਾਂ ਇੰਨੀ ਹੋਈ ਹੈ G20 'ਚ। ਤੇ ਇਸ ਕਰਕੇ
G20 ਦੇ ਉੱਤੇ ਬਹੁਤਾ ਇੱਕ ਕਹਿੰਦੇ ਹੁੰਦੇ ਨੇ ਬਗਾਨੀ ਸ਼ਾਹ ਤੇ ਮੁੱਛਾਂ ਨਹੀਂ ਬਣਾਈ ਦੀਆਂ ਜੀ ਹੈ, ਆਪਦੇ ਦਮ ਤੇ ਖੜੇ ਹੋਣ ਚਾਹੀਦਾ ਤੇ ਆਪਣੀ ਤਾਕਤ ਪਛਾਣਨੀ ਚਾਹੀਦੀ ਹੈ। ਇੰਡੀਆ ਨੂੰ ਅੱਜ ਲੋੜ ਹੈ ਗੁਰੂ ਨਾਨਕ ਸਾਹਿਬ ਦਾ ਇਹ ਜੋ ਵਾਕ ਹੈ ਪਛਾਣਨ ਦੀ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਡ ਪਛਾਣ। ਸਾਨੂੰ ਆਪਣੇ ਆਪ ਨੂੰ ਪਛਾਣਨਾ ਹੋਏਗਾ ਕਿ ਅਸੀਂ ਭਾਰਤੀ ਲੋਕ ਕਿਹੋ ਜਿਹੇ ਹਾਂ, ਅਸੀਂ ਪੰਜਾਬੀ ਲੋਕ ਕਿਹੋ ਜਿਹੇ ਹਾਂ, ਸਾਡੇ ਹੱਕ ਕੀ ਨੇ ਔਰ ਅਸੀਂ ਕਿਵੇਂ ਰਹਿਣਾ ਚਾਹੁੰਦੇ ਹਾਂ। ਇਹਨੂੰ ਪਛਾਣ ਕੇ ਨਾ ਕਿ ਅਸੀਂ ਮੱਧਯੁਗੀ ਚਾਲ 'ਚ ਜਾਣਾ ਹੈ, ਵਿਗਿਆਨ ਦਾ ਸਹਾਰਾ ਲੈਂਦੇ ਹੋਏ, ਵਿਗਿਆਨ ਦੇ ਹਿਸਾਬ ਨਾਲ ਅੱਗੇ ਵਧਦੇ ਹੋਏ ਆਪਣੀ ਪਹਿਚਾਣ ਜ਼ਰੂਰ ਕਰਨੀ ਚਾਹੀਦੀ ਹੈ। ਜੀ ਆਖਰੀ ਸਵਾਲ ਆ ਡਾਕਟਰ ਸਾਹਿਬ, ਇਸ ਟਾਈਮ ਡਰੱਗਸ ਵਾਰ ਪੰਜਾਬ ਦੇ ਵਿੱਚ ਇੱਕ ਤਰ੍ਹਾਂ ਦੀ ਲੱਗੀ, ਕਿਉਂਕਿ ਮਾਲਵੇ ਦੀ ਗੱਲ ਕਰ ਲਈਏ ਉੱਥੇ ਕਈ ਪਿੰਡਾਂ ਦੇ ਵਿੱਚ ਨਸ਼ਾ ਰੋਕੂ ਕਮੇਟੀਆਂ ਬਣੀਆਂ, ਤੇ ਜਦੋਂ ਕਮੇਟੀਆਂ ਬਣੀਆਂ ਉਸ ਟਾਈਮ ਵੀ ਜਿਹੜੀਆਂ ਕਮੇਟੀਆਂ ਸੀ ਉਹਨਾਂ ਉੱਤੇ ਹਮਲੇ ਹੋਏ, ਤੇ ਹੁਣ ਹਾਲ ਹੀ ਦੇ ਵਿੱਚ ਵਾਰਦਾਤ ਹੁੰਦੀ ਆ ਸਧਾਣਾ ਪਿੰਡ ਦੇ ਵਿੱਚ, ਉੱਥੇ ਇੱਕ ਨਸ਼ਾ ਰੋਕੂ ਕਮੇਟੀ ਦੇ ਮੈਂਬਰ ਦਾ ਕਤਲ ਕਰ ਦਿੱਤਾ ਜਾਂਦਾ ਹੈ, ਨਸ਼ੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਵੱਲੋਂ। ਤਾਂ ਇਸ ਵਾਰ ਨੂੰ ਕਿਵੇਂ ਦੇਖਦੇ ਹੋ ਕਿ ਸਰਕਾਰ ਵੱਲੋਂ ਵੀ ਇੱਕ ਦਿੱਤਾ ਗਿਆ ਕਿ 23,000 ਹੁਣ ਤੱਕ ਨਸ਼ਾ ਤਸਕਰ ਜਿਹੜੇ ਆ ਫੜ ਲਏ ਗਏ ਆ, ਪਰ ਫਿਰ ਵੀ ਨਸ਼ਾ ਨਹੀਂ ਰੁਕ ਰਿਹਾ ਹੈਗਾ ਆ, ਨਸ਼ੇ ਕਾਰਨ ਮੌਤਾਂ ਨਹੀਂ ਰੁਕ ਰਹੀਆਂ ਹੈਗੀਆਂ, ਤੇ ਜਿਹੜੇ ਲੋਕ ਨਸ਼ੇ ਦੇ ਖਿਲਾਫ ਬੋਲਦੇ ਉਹਨਾਂ ਨੂੰ ਵੀ ਜਿਹੜਾ ਨਿਸ਼ਾਨੇ ਬਣਾਇਆ ਜਾ ਰਿਹਾ। ਦੇਖੋ ਇਹ ਜਿਹੜੀ ਨਾ ਸਭ ਤੋਂ ਵੱਡੀ ਇੱਥੇ ਕਈ ਵਾਰੀ ਇੱਥੇ ਬਹਿਸਾਂ ਹੋਈਆਂ ਨੇ ਜੀ, ਮੈਂ ਹਰ ਵਾਰੀ ਇਹੀ ਕਹਿੰਦਾ ਸੀ ਵੀ ਜਿੰਨਾ ਚਿਰ ਇੱਕ ਵੱਡੀ ਲਹਿਰ ਨਹੀਂ ਇੱਥੇ ਚੱਲੂਗੀ ਉਹਨਾਂ ਚਿਰ ਨਸ਼ੇ ਨਹੀਂ ਰੁਕ ਸਕਦੇ। ਕਿਉਂ ਨਹੀਂ ਰੁਕ ਸਕਦੇ? ਜੀ ਆ ਜਿਹੜਾ ਤੁਸੀਂ ਉਦਾਹਰਨ ਦਿੱਤਾ ਇਹ ਉਦਾਹਰਨ ਮੈਨੂੰ ਪਤਾ ਸੀ ਕਿ ਇਹ ਹੋ ਸਕਦਾ ਜੀ। ਇਹ ਤਾਂ ਜੇ ਮੂਵਮੈਂਟ ਮਾੜੀ ਮੋਟੀ, ਕਿਉਂਕਿ ਛੋਟੇ ਛੋਟੇ ਪਿੰਡਾਂ ਨੇ ਕਰੀ ਹੋਈਆਂ ਕਮੇਟੀਆਂ, ਨਸ਼ਾ ਰੋਕੂ ਕਮੇਟੀਆਂ ਨਹੀਂ ਕਰਨੀਆਂ ਰੋਕ ਸਕਦੀਆਂ ਜੀ, ਇੱਕ ਮੂਵਮੈਂਟ ਰੋਕੇਗੀ ਜੀ। ਵੀ ਫਰਜ਼ ਕਰੋ ਗੜੀ ਸਾਹਿਬ ਜਾ ਕੇ ਦੱਸ ਦੇਣੇ ਵੀ ਪਿਆਲਾ ਗਰਗ ਨਸ਼ਾ ਵੇਚਦਾ ਤੇ ਪਿਆਲਾ ਗਰਗ ਦਾ ਪੁਲਿਸ ਨਾਲ ਲੜਿਆ ਹੋਇਆ, ਤੇ ਪੁਲਿਸ ਨੇ ਕਹਿਣਾ ਵੀ ਯਾਰ ਤੂੰ ਥੋੜ੍ਹਾ ਜਿਹਾ ਚੁੱਪ ਕਰਕੇ ਥੋੜ੍ਹਾ ਜਿਹਾ ਇੱਕ ਪਾਸੇ ਹੋ ਜਾ, ਸਾਡੇ ਕੋਲ ਰਿਪੋਰਟ ਆ ਗਈ ਤੇਰੇ ਖਿਲਾਫ, ਸਾਨੂੰ ਆਉਣਾ ਪੈਣਾ। ਤੇ ਪਿਆਲਾ ਗਰਗ ਉਹਨਾਂ ਨੂੰ ਪੁੱਛਦਾ ਕਿਹਨੇ ਦੱਸੀ? ਉਹ ਕਹਿੰਦਾ ਉਹ ਗੜੀ ਨੇ ਦੱਸੀ ਆ ਕੇ। ਪਿਆਲਾ ਗਰਗ ਜਾਂਦਾ ਉਹਦੀ ਗਰਦਨ ਫੜ ਲੈਂਦਾ ਵੀ ਤੇਰੀ ਹਿੰਮਤ ਕਿਵੇਂ ਪਏਗੀ ਦੱਸਣ ਦੀ, ਕਿਉਂਕਿ ਪੁਲਿਸ ਤਾਂ ਨਾਲ ਰਲੀ ਹੋਈ ਹੈ। ਪੁਲਿਸ ਨਾਲ ਰਲੀ ਹੋਈ ਤਾਂ ਦੱਸਦੀ ਹੈ। ਤਸਕਰਾਂ ਦੇ ਹੌਸਲੇ ਖੁੱਲੇ ਹੋਏ ਨੇ, ਕਿਉਂਕਿ ਇਸ ਤਸਕਰੀ ਨਾਲ ਪਹਿਲਾਂ ਇਹ ਸਮਝਣ ਦੀ ਲੋੜ ਹੈ ਬੜੇ ਉਹ ਨਸ਼ੇ ਛੁਡਾ ਦਿਓ ਜੀ, ਮਾਪਿਆਂ ਨੂੰ ਸਮਝਾ ਦਿਓ ਜੀ, ਬੱਚਿਆਂ ਨੂੰ ਆਹ ਕਰ ਦਿਓ ਜੀ, ਜਾਇਦਾਦ ਕਬਜ਼ਾ ਕਰ ਦਿਓ ਜੀ, ਫੜ ਕੇ ਜੇਲ੍ਹ 'ਚ ਪਾ ਦਿਓ ਜੀ, ਅਸੀਂ 15,000 ਜੇਲ੍ਹ 'ਚ ਪਾਤਾ, ਅਸੀਂ 20,000 ਪਾਤਾ, ਅਸੀਂ 30,000 ਪਾਤਾ, ਅਸੀਂ ਤਸਕਰ ਇੰਨੇ ਫੜ ਲਏ। ਜਿਹੜੀ ਮੁਦਰਾ ਪੋਰਟ ਤੋਂ ਆ ਰਹੀ ਹੈ ਉਹ ਕਿੱਥੋਂ ਆ ਰਹੀ ਹੈ ਜੀ? ਉਹਦਾ ਤਾਂ ਜ਼ਿਕਰ ਨਹੀਂ ਹੋਇਆ ਇੱਥੇ G20 'ਚ ਵੀ ਜੀ। ਸਾਡੇ ਇੱਥੇ ਤਾਂ ਹੋ ਗਿਆ, ਉੱਥੋਂ ਦਾ ਜ਼ਿਕਰ ਕਿਉਂ ਨਹੀਂ ਹੋਇਆ? ਉੱਥੋਂ ਵੀ ਹਥਿਆਰ ਆਉਂਦੇ ਸੀ ਜੀ। ਕਿਉਂ? ਕਿਉਂਕਿ ਉਹ ਅਡਾਨੀ ਦੀ ਪੋਰਟ ਹੈ। ਸੋ ਇਸ ਕਰਕੇ ਇਹ ਜਿਹੜਾ ਕਹਿਣਾ ਹੈ ਕਿ ਜੀ ਨਸ਼ੇ ਐਂ ਖਤਮ ਹੋਣਗੇ, ਨਹੀਂ ਹੁੰਦੇ। ਕਿਉਂ? ਕਿਉਂਕਿ ਨਸ਼ਾ ਤਸਕਰ ਇੱਥੋਂ ਦਾ ਤੰਤਰ ਅਤੇ ਇੱਥੋਂ ਦੇ ਤਸਕਰ ਅਤੇ ਇੱਥੋਂ ਦਾ ਜਿਹੜਾ ਵੱਡਾ ਧੰਨਾ ਨੇ ਉਹ ਰਲੇ ਹੋਏ ਨੇ, ਉਹਨਾਂ ਨੂੰ ਫਾਇਦਾ। ਇਹਦਾ ਫਾਇਦਾ ਕਿਵੇਂ ਹੈ? ਪੰਜਾਬ ਦੇ ਲੋਕਾਂ ਦੀ ਜ਼ਮੀਨ ਖੇਤੀ ਕਾਨੂੰਨ ਬਣਾ ਕੇ ਖੋਹਣੀ ਚਾਹੀਦੀ ਸੀ ਪੰਜਾਬ ਅਤੇ ਹਰਿਆਣੇ ਦੀ, ਇਹਨਾਂ ਨੇ ਐਜੀਟੇਸ਼ਨ ਕਰਤੀ, ਉਹ ਕਾਨੂੰਨ ਵਾਪਸ ਲੈਣੇ ਪਏ। ਪਰ ਜੇ ਨਸ਼ੇ 'ਚ ਲਾ ਦੇਣਗੇ ਇੱਥੋਂ ਦੀ ਜਵਾਨੀ ਨੂੰ ਤਾਂ ਆਪ ਹੀ ਜ਼ਮੀਨ ਵੇਚਣਗੇ ਵੀ ਜਨਾਬ ਲੈ ਲਓ, ਸਸਤੀ ਵੀ ਵੇਚਣਗੇ, ਫਿਰ ਇਹਨਾਂ ਦਾ ਫਾਇਦਾ ਹੋ ਗਿਆ ਨਾ। ਫਿਰ ਦੂਜਾ ਇਹ ਵੀ ਪੰਜਾਬ ਅਤੇ ਹਰਿਆਣੇ ਦੇ ਵਿੱਚੋਂ ਕਾਂਗ ਉੱਠਦੀ ਆ ਵੀ ਨਹੀਂ ਅਸੀਂ ਐਂ ਬੇਇੱਜ਼ਤੀ ਨਹੀਂ ਝੱਲਣੀ। ਅਤੇ ਜੇ ਤੁਸੀਂ ਫੀਮ 'ਚ ਕਦੇ ਕਿਸੇ ਫੀਮ 'ਚ ਨੂੰ ਲੜਾਈ ਕਰਦੇ ਦੇਖੇ? ਜੋ ਫੀਮ 'ਚ ਲੱਗਿਆ ਰਹੂਗਾ, ਫੀਮ ਦੇ ਨਸ਼ੀ ਨੇ, ਹੈਰੋਇਨ ਵਗੈਰਾ ਜਿਹੜਾ ਚਿੱਟਾ ਵਗੈਰਾ, ਅਤੇ ਉਹ ਤਾਂ ਪੀਣਕ ਲੱਗੀ ਰਹੇਗੀ। ਉਹਦੇ ਭਾਵੇਂ ਤਾਂ ਜਿਹੜਾ ਭਾਵੇਂ ਉਹਦੇ ਕੋਈ ਰਿਸ਼ਤੇਦਾਰ ਰੇਪ ਕਰਦੇ ਤਾਂ ਨਹੀਂ ਉਹਨੇ ਕੁਛ ਕਹਿਣਾ, ਉਹਦੀ ਲੁੱਟ ਹੋਈ ਜਾਵੇ ਤਾਂ ਨਹੀਂ ਕਹਿਣਾ, ਉਹਨੇ ਮੰਗਣਾ ਹੀ ਨਹੀਂ ਮੈਨੂੰ ਰੋਟੀ ਕਿਉਂ ਨਹੀਂ ਮਿਲਦੀ, ਮੈਨੂੰ ਇਲਾਜ ਕਿਉਂ ਨਹੀਂ ਮਿਲਦਾ, ਮੈਨੂੰ ਰੁਜ਼ਗਾਰ ਕਿਉਂ ਨਹੀਂ ਮਿਲਦਾ, ਮੇਰੀ ਜ਼ਮੀਨ 'ਤੇ ਕਬਜ਼ਾ ਕਿਉਂ ਕਰੀ ਜਾਂਦੇ ਹੋ, ਮੈਨੂੰ ਇਨਸਾਫ ਕਿਉਂ ਨਹੀਂ ਮਿਲਦਾ, ਕਿਉਂਕਿ ਉਹ ਤਾਂ ਨਸ਼ੇ ਦੀ ਪੀਣਕ 'ਚ ਹੈ। ਸੋ ਬੰਦਿਆਂ ਨੌਜਵਾਨਾਂ ਨੂੰ ਤੁਸੀਂ ਕਿਸਮ ਦਾ ਮੁਰਦੇ ਬਣਾ ਦਿਓ, ਜ਼ਮੀਨਾਂ ਉਹ ਆਪ ਹੀ ਵੇਚ ਦੇਣ ਤੁਹਾਨੂੰ, ਫਿਰ ਉਹਨਾਂ ਰਾਹੀਂ ਜਿਹੜਾ ਪੈਸਾ ਤੁਹਾਡੇ ਕੋਲ ਆਵੇ ਉਹਦੇ ਰਾਹੀਂ ਜਿਹੜਾ ਤੁਹਾਡੇ ਮੇਰੇ ਵਰਗਾ ਕੋਈ ਬੋਲਦਾ ਉਹਦਾ ਸਿਰ ਪੜਵਾ ਦਿਓ ਜਾਂ ਫਿਰ ਉਹ ਕਤਲ ਕਰਵਾ ਦਿਓ। ਇਹ ਸਾਰਾ ਕੁਛ ਰਲਿਆ ਹੋਇਆ ਜੀ, ਇਹ ਇੱਕ ਦੂਜੇ ਨਾਲ ਜੁੜਿਆ ਹੋਇਆ ਹੈ। ਇਹ ਹੁਣ ਰੋਕਿਆ ਕਿਵੇਂ ਜਾਂਦਾ? ਜਿਵੇਂ ਅੰਗਰੇਜ਼ ਦੇ ਰਾਜ 'ਚ ਕਹਿੰਦੇ ਸੀ 7 ਸਮੁੰਦਰਾਂ ਤੱਕ ਸੂਰਜ ਨਹੀਂ ਡੁੱਬਦਾ, ਉਹ ਭਾਰਤੀਆਂ ਨੇ ਸੂਰਜ ਡੁਬੋਤਾ ਸੀ, ਇੰਡੀਅਨ ਨੇ ਡੁਬੋਤਾ ਸੀ ਆਜ਼ਾਦੀ ਦੀ ਲਹਿਰ 'ਚ, ਉਹ ਡੁੱਬਿਆ ਸੂਰਜ। ਜਿਵੇਂ ਕਹਿੰਦੇ ਸੀ ਮੋਦੀ ਸਾਹਿਬ ਪਿੱਛੇ ਨਹੀਂ ਮੁੜਦੇ, ਉਹਨਾਂ ਨੂੰ ਪਿੱਛੇ ਮੋੜ ਕੇ ਦਿਖਾ। ਜਿਵੇਂ ਕਹਿੰਦੇ ਸੀ ਨਰਾਇਣਾ ਮਹੰਤ, ਉਹਨੇ ਤਾਂ ਐਂ ਅੰਗਰੇਜ਼ ਪਿੱਛੇ ਖੜ੍ਹਾ, ਉਹਨੂੰ ਮੁੜਨਾ ਪਿਆ, ਠੀਕ ਹੋ ਗਿਆ। ਇੱਦਾਂ ਹੀ ਅੱਜ ਪੰਜਾਬ ਦੇ ਵਿੱਚ ਜੇ ਨਸ਼ੇ ਖਤਮ ਕਰਨੇ ਨੇ ਤਾਂ ਇੱਕ ਵੱਡੀ ਲਹਿਰ ਬਣਾਉਣੀ ਪਊ, ਛੁੱਟ-ਫੁੱਟ ਨਾਲ ਨਹੀਂ ਚੱਲਣਾ। ਮੈਨੂੰ ਪਤਾ ਭਾਗੀ ਬਾਂਦਰ ਦੇ ਵਿੱਚ ਉਹਨਾਂ ਨੇ ਕਮੇਟੀ ਬਣਾਈ, ਹੋਰ ਜਗ੍ਹਾ 'ਤੇ ਕਮੇਟੀ ਬਣਾਈ। ਇਹ ਕਈ ਵਾਰ ਐਸਾ ਵੀ ਹੁੰਦਾ ਵਿੱਚ ਐਸੇ ਬੰਦੇ ਵੀ ਸ਼ਾਮਲ ਹੁੰਦੇ ਜਿਹੜੇ ਬਾਅਦ 'ਚ ਇਹ ਦੱਸਣ ਚਾਹੁੰਦੇ ਵੀ ਯਾਰ ਇਹ ਕਮੇਟੀਆਂ ਵੀ ਕੁਛ ਨਹੀਂ ਕਰ ਸਕਦੀਆਂ। ਕਿਸੇ ਤੋਂ ਮਾਨਵ ਚਾਟ ਕਰਾਉਣ ਵਾਸਤੇ ਹੁੰਦਾ ਵੀ ਸ਼ੁਰੂ ਕਰਾ ਕੇ ਉਹਨੂੰ ਫੇਲ ਕਰੋ। ਆ ਕਈ ਬੰਦੇ ਇੱਟਾਂ ਪਾ ਦਿੰਦੇ ਨੇ ਕੋਰਟ 'ਚ ਜਾਣ ਕੇ ਵੀ ਹਾਰ ਜਾਓ, ਮੁੜ ਕੇ ਕਹੋ ਜੇ ਤਾਂ ਕੋਰਟ ਦਾ ਫੈਸਲਾ। ਸੋ ਇਸ ਕਰਕੇ ਅੱਜ ਲੋੜ ਇਹ ਹੈ ਕਿ ਵੱਡੀ ਮੂਵਮੈਂਟ ਬਣੇ। ਵੱਡੀ ਮੂਵਮੈਂਟ ਜਦ ਬਣੇਗੀ ਕਿੰਨੇ ਕੁ ਕਤਲ ਕਰ ਲੂ ਕੋਈ ਆ ਕੇ? ਜਦੋਂ ਕਤਲ ਕਰਨ ਨੂੰ ਉੱਥੇ ਤਾਂ ਲੋਕ 50 ਖੜੇ ਹੋਣਗੇ।
ਸੋ ਇਸ ਕਰਕੇ ਉਦੋਂ ਕੱਲੇ ਦਾ ਔਖਾ ਹੁੰਦਾ, ਹਾਲਾਂਕਿ ਕਰਦੇ ਫਿਰ ਵੀ ਨੇ, ਪਰ ਵੱਡੀ ਮੂਵਮੈਂਟ ਦੇ ਵਿੱਚ ਇਹ ਕੰਮ ਔਖੇ ਹੁੰਦੇ ਨੇ। ਵੱਡੀ ਮੂਵਮੈਂਟ ਜਿਹੜੀ ਆ ਅੱਜ ਨਸ਼ਿਆਂ ਨੂੰ ਖਤਮ ਕਰਨ ਵਾਸਤੇ ਇਹੋ ਜਿਹਾ ਤੌਰ ਤਰੀਕੇ ਦੀ ਲੋੜ ਹੈ ਵੀ ਇੱਕ ਪਾਸੇ ਬਹੁਤ ਵੱਡਾ ਢੇਰ ਪਿਆ ਗੰਦ ਦਾ, ਉਹਨੂੰ ਹੁੰਝਣ ਵਾਸਤੇ ਕਈਆਂ ਨਾਲ ਚੁੱਕ ਕੇ ਪਾ ਕੇ ਜਾਂ ਮਾੜੀ ਮੋਟੀ ਕਰੇਨ ਛੋਟੀ ਮੋਟੀ ਲਾ ਕੇ ਨਹੀਂ ਹੋ ਸਕਦਾ। ਉਹਦਾ ਇਹ ਆ ਵੀ ਉਹਨੂੰ ਸਾਫ਼ ਵੀ ਕਰਨਾ, ਥੱਲੇ ਧੋਣਾ, ਕਰੇਨ ਤਾਂ ਚੱਕ ਤਾਂ ਦੇਊਗੀ ਉਹਨੂੰ, ਫਿਰ ਸਾਫ਼ ਨਹੀਂ ਰਹਿਣਾ, ਬੋ ਮਾਰੀ ਜਾਊ। ਉਹਦਾ ਤਰੀਕਾ ਦਰਿਆ ਦਾ ਮੁਹਾਣਾ ਮੋੜ ਦਿਓ ਉੱਧਰ ਨੂੰ, ਤੇ ਸਾਰੇ ਦਾ ਸਾਰਾ ਪਾਣੀ ਇਕੱਠੇ ਉਹਨੂੰ ਰੋੜ ਕੇ ਲੈ ਜੇ, ਨਾਲੇ ਅੱਗੇ ਉਹ ਖਾਦ ਬਣ ਜੂ। ਅੱਜ ਉਸ ਤਰ੍ਹਾਂ ਦਾ ਮੁਹਾਣਾ ਮੋੜਨ ਦੀ ਲੋੜ ਹੈ। ਅੱਜ ਲੋਕਾਂ ਨੂੰ ਇੱਕ ਲਹਿਰ ਬਣਾਉਣ ਦੀ ਲੋੜ ਹੈ, ਜਿਹੜੇ ਉਹ ਸਮੁੰਦਰ ਦੀ ਛੱਲ ਦੀ ਤਰ੍ਹਾਂ ਇਕੱਠੇ ਹੋ ਕੇ, ਜਵਾਰ ਪਾਟੇ ਦੀ ਤਰ੍ਹਾਂ ਇਕੱਠੇ ਹੋ ਕੇ ਜਾਣਗੇ ਅਤੇ ਉਹ ਕਹਿਣਗੇ ਅਸੀਂ ਨਸ਼ੇ ਆਪਦੇ ਜਵਾਨਾਂ ਨੂੰ, ਆਪਦੇ ਬੱਚਿਆਂ ਨੂੰ, ਆਪਦੀਆਂ ਬੱਚੀਆਂ ਨੂੰ ਅਸੀਂ ਬਦੀਨ ਨਹੀਂ ਹੋਣ ਦੇਣਾ, ਅਸੀਂ ਨਸ਼ਿਆਂ ਦੇ ਵਸ ਨਹੀਂ ਪਾਉਣਾ, ਅਸੀਂ ਇਹਨਾਂ ਨੂੰ ਨਾਮ ਖੁਮਾਰੀ ਚੜਾ ਕੇ ਰੱਖਣੀ ਹੈ, ਅਸੀਂ ਫੀਮ ਦੀ ਖੁਮਾਰੀ ਨਹੀਂ ਚਲਾਉਣੀ। ਜੀ ਬਹੁਤ ਬਹੁਤ ਧੰਨਵਾਦ ਜੀ। ਸੋ ਇਹ ਸਾਡੇ ਨਾਲ ਡਾਕਟਰ ਪਿਆਰੇ ਲਾਲ ਗਰਗ ਜੀ ਮੌਜੂਦ ਸੀਗੇ। ਤਮਾਮ ਗੱਲਾਂ ਕੀਤੀਆਂ ਇੰਡੀਆ ਨੂੰ ਲੈ ਕੇ, ਪੰਜਾਬ ਨੂੰ ਲੈ ਕੇ। ਜੇ ਗੱਲ ਕਰ ਲਈਏ ਜੋ ਹੁਣ ਤੱਕ ਵਾਪਰ ਰਿਹਾ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਵਾਪਰ ਰਿਹਾ, ਤੁਹਾਨੂੰ ਲੈ ਕੇ ਕੀ ਲੱਗਦਾ ਆ? ਕਮੈਂਟ ਬਾਕਸ ਵਿੱਚ ਕਮੈਂਟ ਜ਼ਰੂਰ ਕਰੋ। ਸੋ ਅਗਲੀ ਵੀਡੀਓ ਲੈ ਕੇ ਫਿਰ ਹਾਜ਼ਰ ਹੋਵਾਂਗੇ। ਫਿਲਹਾਲ ਦੀ ਮੈਨੂੰ ਦਿਓ ਇਜਾਜ਼ਤ।